ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਮੈਥ ਦੇ ਅੱਗੇ ਆਪਣੀ ਇਕਾਈ ਚੱਲ ਪਈ। ਠੀਕ, ਕੱਲ੍ਹ ਤੁਹਾਨੂੰ ਮੈਂ ਸਕਰੀਨਸ਼ਾਟ ਭੇਜਤੇ ਸੀ ਪੁੱਤਰ, ਉਹਦੇ ਵਿੱਚ ਆਪਣੇ ਟੈਲੀਗ੍ਰਾਮ ਦੇ ਵਿੱਚ ਜਿੰਨੇ ਸਵਾਲ ਹੈਗੇ ਤੁਸੀਂ ਸਾਰੇ ਉਹ ਕੱਢਣ ਦੀ ਕੋਸ਼ਿਸ਼ ਕਰਨੀ ਹੈ, ਸਾਰਿਆਂ ਨੇ ਕੱਢਣੇ ਉਹ ਸਵਾਲ। ਠੀਕ ਹੈ, ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਜਿਹੜੇ ਬੱਚੇ ਨੇ RS ਅਗਰਵਾਲ ਕਰ ਲਈ, ਠੀਕ ਹੈ ਜੀ, ਅਤੇ ਰਕੇਸ਼ ਯਾਦਵ ਦੀ ਰੀਜ਼ਨਿੰਗ ਦੀ ਬੁੱਕ ਕਰ ਲਈ, ਉਹ ਬੱਚਾ ਕਦੇ ਮਾਰ ਨਹੀਂ ਖਾਂਦਾ ਪੇਪਰ ਦੇ ਵਿੱਚ। ਠੀਕ ਹੈ, ਅਤੇ ਦੋ ਚੀਜ਼ਾਂ ਵੱਲ ਥੋੜ੍ਹਾ ਖਾਸ ਧਿਆਨ ਦਿਆ ਕਰੋ। ਅਤੇ ਬਾਕੀ ਦੂਸਰੀ ਗੱਲ ਰਹੀ ਮੈਥ ਦੀ ਇੱਕ ਖਾਸੀਅਤ ਇਹ ਹੈ ਕਿ ਮੈਥ ਦਾ ਰੀਜ਼ਨਿੰਗ ਹੈ, ਇਹ ਦੋ ਸਿਲੇਬਸ ਇਹ ਜਿਹੜੇ ਕਦੇ ਵੀ ਬਾਹਰੋਂ ਨਹੀਂ ਆਉਂਦੇ ਹੁੰਦੇ। ਠੀਕ ਹੈ, ਕਦੇ ਵੀ ਬਾਹਰੋਂ ਨਹੀਂ ਆਉਂਦੇ ਹੁੰਦੇ, ਇਹ ਸਿਰਫ ਆਉਣਗੇ ਤਾਂ ਆਉਣਗੇ ਪ੍ਰੈਕਟਿਸ ਦੇ ਨਾਲ। ਪੇਪਰ ਆ ਸਿਰਫ ਗੱਲ ਉਲਝਾ ਕੇ ਪੁੱਛ ਸਕਦਾ, ਪਰ ਪਾਊਗਾ ਪੇਪਰ ਦੇ ਵਿੱਚੋਂ ਹੀ। ਠੀਕ ਹੈ, ਅਤੇ ਹੁਣ ਦੇਖੋ ਜੀ, ਇਹ ਕਹਿੰਦੇ 2 ਕੁਆਂਟਲ 2.5 2.5 ਕਿਲੋ ਦਾ ਕਿੰਨੇ ਪ੍ਰਤੀਸ਼ਤ ਹੈ। ਠੀਕ ਹੈ ਜੀ, ਇਹਨਾਂ ਨੇ ਉਲਟ ਪੁੱਛ ਲਿਆ। ਪਹਿਲਾਂ ਤਾਂ ਇਹ ਪੁੱਛਦਾ ਹੁੰਦਾ ਸੀ ਜਿਵੇਂ 68 kg ਹੈ ਜਿਹੜਾ, ਤਾਂ ਕਿੰਨੇ % 17 ਗ੍ਰਾਮ ਹੈ, ਜੇ ਇਹ ਪ੍ਰਸ਼ਨ ਪੁੱਛਦਾ ਹੁੰਦਾ ਸੀ। ਪਰ ਐਤਕੀ ਨੇ ਉਲਟ ਪੁੱਛ ਲਿਆ, ਕਹਿੰਦੇ 2.5 ਕੁਆਂਟਲ 2.5 kg ਦਾ ਕਿੰਨੇ ਉਹ ਹੈਗਾ। ਇਹ ਗੱਲ ਤੁਹਾਨੂੰ ਪਤਾ ਗਾ। ਠੀਕ ਹੈ ਜੀ, ਧਿਆਨ ਨਾਲ ਸੁਣੋ ਹੁਣ ਇੱਕ ਗੱਲ। ਉਹ ਗੱਲ ਹੈਗੀ ਇਹ ਕਿ ਦੇਖੋ, ਆਪਾਂ ਆਮ ਹੀ ਤੁਹਾਨੂੰ ਪਤਾ ਹੋਊਗਾ ਅਤੇ ਕਿ 1 ਕੁਆਂਟਲ ਦੇ ਵਿੱਚ ਕਿੰਨੇ ਕਿਲੋ ਹੁੰਦੇ ਆ। ਸਾਰੇ ਬੱਚਿਆਂ ਨੂੰ ਪਤਾ ਨਾ 1 ਕੁਆਂਟਲ ਦੇ ਵਿੱਚ ਕਿੰਨੇ ਕਿਲੋ ਹੁੰਦੇ ਆ। 1 ਕੁਆਂਟਲ ਦੇ ਵਿੱਚ ਪੁੱਤਰੋ 100 ਕਿਲੋ ਹੁੰਦਾ ਗਾ। ਠੀਕ ਹੈ, 100 ਕਿਲੋ ਦਾ 1 ਕੁਆਂਟਲ ਬਣਦਾ, ਅਤੇ 2 ਕੁਆਂਟਲ ਦਾ ਕਿੰਨਾ ਬਣੂਗਾ 200 ਕਿਲੋ। ਇਹ ਕਹਿੰਦੇ ਤੁਸੀਂ ਦੱਸੋ ਕਿ 200 ਕਿਲੋ 2.5 ਕਿਲੋ, ਠੀਕ ਹੈ, ਕੁਆਂਟਲ ਜਿਹੜੇ 'ਚ ਬਦਲਣਾ ਹੁੰਦਾ ਉਹਦੇ 'ਚ ਬਦਲ ਲਿਆ ਕਰੋ ਤਾਂ ਨੂੰ। 2 ਕੁਆਂਟਲ 2.5 ਕਿਲੋ 2.5 ਕਿਲੋ ਦੇ ਵਿੱਚ ਆਪਾਂ ਲਿਖਦਾ 2.5 ਲਾਤਾ, ਅਤੇ ਜਿਹੜਾ 10 ਸੀ ਨਾ, ਇਹ ਪੁਆਇੰਟ ਹਟਾਉਣ ਵਾਸਤੇ 10 ਲਾਵਾਂਗੇ, 10 ਉੱਤੇ ਵਗ ਜਾਂਦਾ ਹੁੰਦਾ। ਠੀਕ ਹੈ, ਤੁਸੀਂ ਕਲੀਅਰ ਹੈ। % ਕੱਢਣ ਵਾਸਤੇ ਨਾਲ ਇਹਦੇ ਆਪਾਂ 100 ਲਾ ਦਾਂਗੇ ਬਸ। ਹੁਣ ਕੁਛ ਨਹੀਂ ਰਿਹਾ, ਕੱਟ ਕਟਾਈ ਕਰਾ ਦਿਓ। 25 ਚੌਂਕਾ 100, 40 40 ਨੇ 2 ਨਾ ਕਰੀ, ਤਾਂ ਇਹਦਾ ਆਨਸਰ ਆ ਜਾਊਗਾ ਭਾਈ 8000। ਦੇਖੀ ਕੱਢ ਕੇ 8000 ਹੀ ਆਉਂਦਾ ਕਿ ਵੱਧ ਆਉਂਦਾ। 0 0 0 0 0 8000। ਠੀਕ ਹੈ, 8000% ਹੈ ਜਿਹੜਾ ਇਹ 2.5 ਕਿਲੋ ਤੋਂ ਜ਼ਿਆਦਾ ਹੈਗਾ। ਆਪਸ਼ਨ ਨੰਬਰ E ਇਹਦਾ ਆਨਸਰ ਆ ਜਾਊਗਾ। ਓਕੇ ਜੀ, ਇਸ ਤੋਂ ਬਾਅਦ ਆਪਾਂ ਜਾਂਦੇ ਹਾਂ ਅਗਲੇ ਸਵਾਲ 'ਤੇ। ਅਗਲਾ ਸਵਾਲ ਹੈਗਾ ਆਪਣਾ 41ਵਾਂ। ਅਗਲਾ ਸਵਾਲ ਆ ਗਿਆ ਪੁੱਤਰ ਆਪਣੇ ਕੋਲ ਆਹ। ਇਹ ਕੀ ਪੁੱਛਦੇ ਆ, ਕਹਿੰਦੇ ਦੱਸੋ ਜੀ 75 ਮਿਲੀਲੀਟਰ ਹੈ ਜਿਹੜਾ, ਉਹ 1.75 ਲੀਟਰ ਦਾ ਕਿੰਨੇ ਪ੍ਰਤੀਸ਼ਤ ਹੈ। ਹੁਣ ਆਪਾਂ ਕੋਕ ਦੀ ਬੋਤਲ ਲੈਣ ਜਾਂਦੇ ਹੁੰਦੇ ਹਾਂ, ਹੈ ਨਾ। ਕੋਕ ਦੀ ਬੋਤਲ ਲੈਣ ਗਏ, ਆਪਾਂ ਉਹਨੂੰ ਕਹਿੰਦੇ ਬਈ ਯਾਰ 1 ਲੀਟਰ ਵਾਲੀ ਦੇ ਦੇ, 1.25 ਲੀਟਰ ਵਾਲੀ ਦੇ ਦੇ, ਅਤੇ 2 ਲੀਟਰ ਵਾਲੀ ਦੇ ਦੇ। ਕਈ ਵਾਰੀ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਬਾਹਲੀ ਨਹੀਂ ਪੀਣੀ, ਆਪਾਂ ਥੋੜ੍ਹੀ ਜਿਹੀ ਪੀਣੀ, ਆਪਾਂ ਨੂੰ ਕਹਿੰਦੇ ਬਈ ਇਹ 300 ml ਵਾਲੀ ਦੇ ਦੇ। ਕਿੰਨੇ ਦੇ ਦੇ 300 ml ਦੇ ਦੇ, ਜਿਹੜੀ 20 ਰੁਪਈਆਂ ਦੀ ਆਉਂਦੀ ਹੈ ਉਹ ਦੇ ਦੇ ਸਾਨੂੰ। ਠੀਕ ਹੈ, ਤਾਂ ਉਹੀ ਕੰਮ ਹੈ ਕਿ ਭਾਈ ਕਿ 1 ਲੀਟਰ ਦੇ ਵਿੱਚ 1000 ਮਿਲੀਲੀਟਰ ਹੁੰਦਾ ਗਾ। ਕਿੰਨਾ? 1 ਲੀਟਰ ਦੇ ਵਿੱਚ 1000 ਮਿਲੀਲੀਟਰ ਹੁੰਦਾ। ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਭੁੱਲਣੀ ਨਹੀਂ। ਦੇਖੋ ਹੁਣ ਆਪਾਂ ਉਹੀ ਗੱਲ ਮਿਲੀਲੀਟਰ ਕੱਢਣੇ ਆ, ਤਾਂ ਇੱਧਰ ਭਾਈ ਲੀਟਰ, ਤਾਂ ਲੀਟਰਾਂ ਨੂੰ ਵੀ ਆਪਾਂ ਮਿਲੀਲੀਟਰਾਂ ਦੇ ਵਿੱਚ ਹੀ ਬਦਲਾਂਗੇ। 75 ਤਾਂ ਲਿਖ ਲਿਆ, 75 ਦਾ ਆਪਾਂ ਪਤਾ ਕਰਨਾ ਕਿੰਨੇ 'ਚ ਪਤਾ ਕਰਨਾ। 1 ਲੀਟਰ ਦੇ ਵਿੱਚ ਇਹ ਹੈਗਾ 1 ਲੀਟਰ 750 ml ਹੋਊਗਾ ਇੱਕ ਤਰ੍ਹਾਂ ਨਾਲ। ਠੀਕ ਹੈ, ਦੇਖੋ 1 ਲੀਟਰ 'ਚ ਕਿੰਨੇ ਹੁੰਦੇ ਆ 1000 ਪਲੱਸ 750 ਦੇ ਉੱਪਰ ਆ ਗਏ, ਤਾਂ ਇਹ ਬਣ ਗਿਆ ਭਾਈ 1750 ਮਿਲੀਲੀਟਰ। ਇਹਦਾ ਕੀ ਕਰਨਾ ਆਪਾਂ % ਕੱਢਣਾ। % ਵਾਸਤੇ 100 ਲਾ ਲਓ, ਨਾਲ 0 ਕੱਟੀ ਗਈ। 25 ਤੀਆ 75, ਅਤੇ 25 7 175। ਠੀਕ ਹੈ, ਇਹ ਹੋ ਗਿਆ 30/7 ਲਾ ਲਓ। ਠੀਕ ਹੈ, 30 ਆਪਾਂ ਲਾ ਲੈਂਦੇ ਹਾਂ 7, 7 ਚੌਂਕਾ 28, 2 ਉੱਪਰ ਲਾ ਲਿਆ, 4 ਇੱਧਰ ਆ ਗਿਆ 7, 4 2 ਦੀ ਪਾਵਰ 7 ਆਪਣਾ ਆਨਸਰ ਆ ਰਿਹਾ ਹੈ। ਦੇਖੋ ਜਦੋਂ ਆਪਾਂ ਸਹੀਆਂ 'ਚ ਬਣਦੇ ਹੁੰਦੇ ਹਾਂ, ਹੈ ਨਾ, ਜਿਹੜਾ ਬਾਕੀ ਹੁੰਦਾ ਇਹ ਤਾਂ ਲੱਗਦਾ ਹੁੰਦਾ ਉੱਪਰ, ਜਿਹੜਾ 4 ਹੁੰਦਾ ਆਹ ਇਹ ਲੱਗ ਜਾਂਦਾ ਹੁੰਦਾ ਇੱਧਰ, ਜਿਹੜਾ 7 ਹੁੰਦਾ ਇਹ ਲੱਗ ਜਾਂਦਾ ਹੁੰਦਾ ਇੱਧਰ। ਜੇ ਹੁਣ ਆਪਾਂ ਦੁਬਾਰਾ ਇਕੁਏਸ਼ਨ ਬਣਾ ਕੇ ਦੇਖਾਂਗੇ ਜੀ, ਤਾਂ ਉਵੇਂ ਜਿਵੇਂ ਬਣ ਜਾਊਗੀ 7 ਚੌਂਕਾ 28 29 30 30/7। ਠੀਕ ਹੈ, ਇੱਦਾਂ ਹੀ ਸੌਖੇ ਸਵਾਲ ਆ ਪੁੱਤਰ, ਜਿਹੜਾ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਇਹਨਾਂ ਸਵਾਲਾਂ ਦੇ ਵਿੱਚ। ਅਤੇ ਇਹ 42ਵਾਂ ਸਵਾਲ ਸੀ। 41ਵਾਂ, ਅਤੇ ਹੁਣ ਆਪਾਂ 42ਵਾਂ ਕਰਦੇ ਹਾਂ। ਦੇਖੋ ਜੀ, ਇਹ ਕਹਿੰਦੇ ਜਿਹੜਾ 30 ਕੁਆਂਟਲ ਹੈਗਾ ਉਹ 2 ਮੈਟਰਿਕ ਟਨ ਦਾ ਕਿੰਨੇ % ਹੈ। 30 ਕੁਆਂਟਲ। ਠੀਕ ਹੈ, ਦੇਖੋ ਜਿਹੜੀ ਚੀਜ਼ ਆਪਾਂ ਕੱਢਣੀ ਹੁੰਦੀ ਹੈ ਉਹ ਤਾਂ ਲਾ ਲੈਂਦੇ ਹਾਂ ਉਹ ਉੱਪਰ। ਇੱਕ ਦੇਖੋ 1 ਮੈਟਰਿਕ ਟਨ ਦੇ ਵਿੱਚ, ਠੀਕ ਹੈ, 10 ਕੁਆਂਟਲ ਹੁੰਦੇ ਆ। ਠੀਕ ਹੈ ਜੀ, 1 ਮੈਟਰਿਕ ਟਨ ਦੇ ਵਿੱਚ ਕਿੰਨੇ ਕੁਆਂਟਲ ਹੁੰਦੇ ਆ 10 ਟਨ ਹੁੰਦੇ ਆ, ਅਤੇ 2 ਮੈਟਰਿਕ ਕੁਆਂਟਲਾਂ ਦੇ ਵਿੱਚ ਕਿੰਨੇ ਟਨ ਹੋ ਜਾਣਗੇ 20 ਟਨ ਹੋ ਜਾਣਗੇ। ਤਾਂ 20 ਆਪਾਂ ਲਾ ਲਾਂਗੇ ਥੱਲੇ, ਗੁਣਾ 100 ਆ ਗਿਆ, ਅਤੇ 100 ਦੀ 10 ਨਾ ਕਰੀ 300/2, ਅਤੇ ਇਹਦਾ ਆਨਸਰ ਆ ਜਾਊਗਾ ਭਾਈ
150। ठीक है, डी नंबर ऑप्शन ਇਹਦਾ ਆਨਸਰ ਆ ਜਾਊਗਾ। ਠੀਕ ਹੈ ਮਿੱਤਰੋ, ਜਿਹੜੀ ਚੀਜ਼ ਤਾਂ ਕੱਢਣੀ ਹੋਵੇ ਉਹਦੇ ਉੱਪਰ ਲਿਖ ਲਓ, ਜਿਹਦੇ ਵਿੱਚੋਂ ਕੱਢਣੀ ਹੋਵੇ ਉਹ ਥੱਲੇ ਲਿਖ ਲਓ। ਬਸ ਇਹ ਚੀਜ਼ ਦਾ ਫੰਡਾ ਹੁੰਦਾ ਗਾ। ਪਰਸੈਂਟ ਵਾਸਤੇ 16 ਨਾਲ ਥੋੜ੍ਹੀਆਂ ਮਾਤਰਾਵਾਂ ਦਾ ਵੀ ਖਿਆਲ ਰੱਖਿਆ ਕਰੋ। ਠੀਕ ਹੈ, 42ਵਾਂ ਵੀ ਹੋ ਗਿਆ। ਹੁਣ ਇੱਕ ਬੱਚੇ ਦਾ ਸਵਾਲ ਆਇਆ ਸੀ 43ਵਾਂ। ਦੇਖੋ ਜੀ ਪੁੱਤਰੋ, ਮੈਂ ਥੋੜ੍ਹੀ ਜਿਹੀ ਸਪੀਡ ਤਾਂ ਵਧਾਤੀ, ਹੁਣ ਥੋੜ੍ਹੀ ਜਿਹੀ ਸਪੀਡ ਵਧਾਈ ਹੈ, ਬਾੜੀ ਨਹੀਂ ਵਧਾਈ, ਕਿਉਂਕਿ ਫਿਰ ਆਪਣੇ ਕੋਲ ਨਾ ਟਾਈਮ ਵਾਸਤੇ ਰਿਵੀਜ਼ਨ ਨਹੀਂ ਮਿਲਣੀ, ਆਪਾਂ ਨੂੰ ਰਿਵੀਜ਼ਨ ਵਾਸਤੇ ਟਾਈਮ ਨਹੀਂ ਮਿਲਣਾ। ਤਾਂ ਕਰਕੇ ਇੱਕ ਵਾਰੀ ਆਪਾਂ RS ਅਗਰਵਾਲ ਕਲੀਅਰ ਕਰ ਦਈਏ, ਬਾਅਦ ਵਿੱਚ ਜਿਹੜੇ ਆਪਾਂ ਟੈਸਟ ਪਾਇਆ ਕਰਾਂਗੇ। ਠੀਕ ਹੈ, ਅੱਧੇ ਬੱਚੇ ਕਹਿੰਦੇ ਸਰ ਜੀ ਅਸੀਂ ਮੈਥ ਛੱਡ ਦਈਏ ਤਾਂ ਸਕਸੈਸਫੁੱਲ ਹੋ ਸਕਦੇ ਹਾਂ। ਬੱਚੋ ਮੈਥ ਦਾ ਕੀ, ਜੇ ਤੁਸੀਂ 1 ਨੰਬਰ ਦਾ ਵੀ ਪ੍ਰਸ਼ਨ ਛੱਡ ਦਿਓ ਨਾ ਉੱਥੇ, ਤਾਂ ਪੁਆਇੰਟਾਂ ਨਾਲ ਹੀ ਪਿੱਛੇ ਰਹਿ ਜਾਓਗੇ ਤੁਸੀਂ। ਠੀਕ ਹੈ, ਤਾਂ ਕਰਕੇ ਥੋੜ੍ਹਾ ਜਿਹਾ ਐਕਟਿਵ ਹੋਣਾ ਪਊਗਾ ਆਪਾਂ ਨੂੰ। ਦੇਖੋ ਜਿਵੇਂ ਰਕਮ ਦਿੱਤੀ ਹੁੰਦੀ ਉਹ ਵੀ ਕਰ ਲਿਆ ਕਰੋ। ਮੈਥ ਦੇ ਵਿੱਚ ਕੋਈ ਬੜਾ ਵੱਡਾ ਪ੍ਰੋਸੈਸ ਨਹੀਂ ਹੁੰਦਾ। 80 ਗੁਣਾ 7 2 ਪੁਆਇੰਟ ਹਟਾਉਣ ਵਾਸਤੇ ਬੜਾ 10 ਲਾਤੇ। ਠੀਕ ਹੈ, ਪਰਸੈਂਟੇਜ ਦਾ ਆਪਾਂ ਲਾਤਾ 100। ਆਹੀ ਚੀਜ਼ ਆ ਗਈ ਹੈ ਸਾਰੀ, ਹੋਰ ਆਪਾਂ ਕੁਛ ਨਹੀਂ ਕੀਤਾ ਇਹਦੇ ਵਿੱਚ। ਠੀਕ ਹੈ, ਕਿਉਂਕਿ ਜਿਹੜਾ ਪਰਸੈਂਟੇਜ ਹੈ ਉਹ ਨਾਲ ਹੀ ਲੱਗਦਾ ਹੁੰਦਾ, ਤੁਹਾਨੂੰ ਪਤਾ ਹੈਗਾ। ਨਹੀਂ ਪਰਸੈਂਟੇਜ ਥੱਲੇ ਲੱਗੂਗਾ ਸੱਚ, ਕਿਉਂਕਿ ਪਰਸੈਂਟੇਜ ਨਾਲ ਲਿਖਿਆ ਹੋਇਆ ਨਾ, ਤਾਂ ਪਰਸੈਂਟੇਜ ਥੱਲੇ ਲੱਗੂਗਾ। ਉਹਦਾ ਪਤਾ ਲਾਉਂਦੇ 700 ਗੁਣਾ ਪਰਸੈਂਟੇਜ ਲਿਖਿਆ ਹੋਇਆ ਹੁੰਦਾ। ਇਸ ਤਰ੍ਹਾਂ ਤਾਰ ਲਿਆ ਆਪਾਂ। ਦੇਖੋ ਬਣਿਆ ਬਣਾਇਆ ਕੁਛ ਨਹੀਂ ਕਰਿਆ ਆਪਾਂ। 80 ਗੁਣਾ 72 ਬਟਾ 10, 10 ਕਿਉਂ ਤੋਂ ਲਾਤਾ, ਕਿਉਂਕਿ ਪੁਆਇੰਟ ਹਟਾਤਾ ਆਪਾਂ। ਗੁਣਾ 1 ਬਟਾ 100 ਕਿਉਂ ਲਾਇਆ ਹੈਗਾ ਆਪਾਂ। ਠੀਕ ਹੈ, ਕਿਉਂਕਿ ਬਟਾ 100 ਥੱਲੇ 100 ਲੱਗਦਾ ਹੁੰਦਾ। ਇਸ ਲਈ ਕਲੀਅਰ ਹੋ ਗਿਆ। ਹੁਣ ਬਸ ਇਹਨਾਂ ਨੂੰ ਕੀ ਕਰਨਾ, ਕਟਾ ਦਿਓ ਆਪਸ ਦੇ ਵਿੱਚ। ਆਹ ਦੇ ਨਾਲ ਕੱਟਿਆ ਗਿਆ, ਕਿੰਨੇ ਦੇ ਕੱਟਿਆ ਗਿਆ ਇਹ 8 ਤੇ ਗਿਆ, ਅਤੇ ਇੱਧਰ ਆ ਗਿਆ 4, ਇੱਧਰ ਆ ਗਿਆ 50, ਇੱਧਰ ਆ ਗਿਆ 2, ਇੱਧਰ ਆ ਗਿਆ 25। ਕਿੰਨਾ ਰਹਿ ਗਿਆ ਕੱਟ ਕਟਾ ਕੇ ਇਹ 2 ਗੁਣਾ 72 ਬਟਾ 25। 72 ਦੂਣਾ ਕਿੰਨੇ ਹੁੰਦੇ ਆ 144 ਅਤੇ 25। ਕੀ ਇਕੁਏਸ਼ਨ ਬਣ ਗਈ ਆਪਣੇ ਕੋਲ 144 ਅਤੇ 25। ਆਹ ਕਿਹਦਾ ਸਕੇਅਰ ਹੈ, ਜੇ ਆਪਾਂ ਕਿਊਬ ਹਟਾਵਾਂਗੇ ਇਹਦੇ ਉੱਤੋਂ ਆਹ ਸਕੇਅਰ ਹਟਾਵਾਂਗੇ ਤਾਂ ਆਹ ਕਿਹਦਾ ਸਕੇਅਰ ਹੈਗਾ 12 ਦਾ, ਆਹ ਕਿਹਦਾ ਹੈਗਾ 5 ਦਾ। ਦੇਖੋ ਆਨਸਰ ਆ ਗਿਆ। ਦੇਖੋ 12 ਬਟਾ 5 ਆ ਗਿਆ। ਹੁਣ ਅੱਧੇ ਬੱਚੇ ਕਹਿਣਗੇ ਸਰ 12 ਬਟਾ 5 ਦਾ ਵਿੱਚ ਹੈ ਨਹੀਂ, ਤਾਂ ਹੈ ਨਹੀਂ ਤਾਂ ਵੰਡ ਦਿਓ ਇਹਨੂੰ। 5 ਦੂਣੀ 10, 5 ਚੌਕਾ 20, 2.4% ਤਾਂ ਕਿਤੇ ਮਿਲੂਗੀ, ਮਿਲਿਆ ਪਿਆ ਨਾ 2.4%, ਤਾਂ ਉਹੀ ਆਪਣਾ ਆਨਸਰ ਹੈਗਾ। ਠੀਕ ਹੈ, ਤਾਂ ਇੰਨੀ ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ ਪੁੱਤਰੋ। ਬਸ ਥੋੜ੍ਹਾ ਜਿਹਾ ਤੁਹਾਨੂੰ ਐਕਟਿਵ ਹੋਣਾ ਪਊਗਾ। ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਥੋੜ੍ਹਾ ਜਿਹਾ ਤੁਹਾਨੂੰ ਐਕਟਿਵ ਹੋਣਾ ਪਊਗਾ। ਐਕਟਿਵ ਹੋਏ ਤੋਂ ਬਿਨਾਂ ਆਪਣਾ ਕੰਮ ਨਹੀਂ ਚੱਲਣਾ। ਠੀਕ ਹੈ, ਇਸ ਤੋਂ ਬਾਅਦ ਅੱਗੇ ਆ ਅਗਲੇ ਸਵਾਲ 'ਤੇ। ਦੇਖੋ ਜੀ ਅਗਲਾ ਸਵਾਲ ਆ ਗਿਆ ਪੁੱਤਰੋ ਆਪਣੇ ਕੋਲ। ਇਹਦੇ 'ਚ ਇਹਨਾਂ ਨੇ ਕੁਛ ਨਹੀਂ ਪੁੱਛਿਆ। ਇਹ 'ਚ ਕਹਿੰਦੇ ਇੱਕ ਭਿੰਨ ਦੇ ਅੰਸ਼ ਦੇ ਵਿੱਚ ਅੰਸ਼ ਨੂੰ 15% ਵਧਾਇਆ ਜਾਇਆ ਜਾਵੇ ਅਤੇ ਇਹਦੇ ਹਰ ਵਿੱਚ 8% ਕਮੀ ਕੀਤੀ ਜਾਵੇ ਤਾਂ 15 ਬਟਾ 16 ਪ੍ਰਾਪਤ ਹੁੰਦਾ ਹੈ। ਮੂਲ ਭਿੰਨ ਪਤਾ ਕਰੋ। ਇੱਕ ਤੁਹਾਨੂੰ ਮੈਂ ਰੇਸ਼ੋ ਵਾਲਾ ਮੈਥਡ ਲਿਖਾਇਆ ਸੀ। ਦੇਖੋ ਕਿਤੇ ਵੀ ਆਪਾਂ ਨੂੰ ਕੋਈ ਬੰਦਾ ਕਹਦੇ ਕਿ 100% ਦੇ ਵਿੱਚ 15% ਜੋੜਿਆ ਜਾਵੇ ਤਾਂ 115 ਕਰ ਦਿਆ ਕਰੋ। ਜੇ ਕੋਈ 100 ਦੇ ਵਿੱਚੋਂ 8% ਘਟਾਇਆ ਜਾਵੇ ਤਾਂ 100 ਤੋਂ ਕਿੰਨਾ ਕਰ ਦਿਆ ਕਰੋ 92 ਕਰ ਦਿਆ ਕਰੋ। ਬਸ ਆਹ ਇਕੁਏਸ਼ਨ ਬਣਾ ਕੇ ਰੱਖਣੀ ਹੈ ਇਹਦੇ ਦਿਮਾਗ ਦੇ ਵਿੱਚ। ਤੁਹਾਨੂੰ ਦਿਖਾਉਣਾ ਮੈਂ ਕਿਵੇਂ ਕਰਨਾ ਆਪਾਂ। ਇਹ ਕਹਿੰਦੇ ਕਿ ਭਿੰਨ ਦੇ ਅੰਸ਼ ਕੀ ਹੁੰਦਾ, ਅੰਸ਼ ਤੋਂ ਉੱਪਰਲਾ ਹੁੰਦਾ ਹੈਗਾ ਅਤੇ ਹਰ ਹਮੇਸ਼ਾ ਥੱਲੜਾ ਹੁੰਦਾ ਹੈਗਾ। ਇੱਕ ਭਿੰਨ ਦੇ ਅੰਸ਼ ਨੂੰ ਅੰਸ਼ ਵਿੱਚ 15% ਵਧਾਇਆ ਜਾਵੇ। ਭਿੰਨ ਦਾ ਅੰਸ਼ ਅਸਲ ਦੇ ਵਿੱਚ ਕਿੰਨਾ ਹੋਊਗਾ 100। ਜਦੋਂ 15 ਵਧਾਤਾ ਉਹ ਕਿੰਨਾ ਰਹਿ ਜਾਊਗਾ, ਹੋ ਜਾਊਗਾ 115। ਇਸ ਤੋਂ ਬਾਅਦ ਥੱਲੇ ਅਤੇ ਹਰ ਨੂੰ 8% ਘਟਾਇਆ ਜਾਵੇ। ਅਸਲ ਵਿੱਚ ਹਰ ਕਿੰਨਾ ਹੋਊਗਾ 100। ਜਦੋਂ 100 ਦੇ ਵਿੱਚੋਂ 8 ਘਟਾ ਤੇ ਕਿੰਨਾ ਰਹਿ ਜਾਊਗਾ ਮਗਰ 92। ਠੀਕ ਹੈ, ਇੱਥੋਂ ਤੱਕ ਕਲੀਅਰ ਹੋ ਗਿਆ। ਆਪਾਂ ਇੱਥੋਂ ਥੋੜ੍ਹਾ ਕੱਟ ਦਿੰਦੇ ਹਾਂ। ਕੱਟਤਾ, ਜਦੋਂ ਕੱਟਤਾ ਇਹ ਦੇ ਗਿਆ 115 ਬਟਾ 92 ਇਜ਼ੀਕਲ ਟੂ ਕਿਹਦੇ ਬਰਾਬਰ ਹੈ ਇਹ 15 ਬਟਾ 16 ਦੇ ਬਰਾਬਰ ਆ। ਬਸ ਹੁਣ ਕੀ ਕਰਨਾ, ਇਹਨਾਂ ਨੂੰ ਆਪਸ ਦੇ ਵਿੱਚ ਕਟਾ ਦੋ। ਤੁਹਾਨੂੰ ਦੱਸਿਆ ਕਿ ਸਾਹਮਣੇ ਵਾਲੇ ਆਪਾਂ ਜ਼ਿਆਦਾ ਜੇ ਬਰਾਬਰ ਦੀ ਨਿਸ਼ਾਨੀ ਹੋਵੇ ਫਿਰ ਆਪਾਂ ਸਾਹਮਣੇ ਵਾਲੇ ਕਟਾ ਵੀ ਸਕਦੇ ਹਾਂ ਅਤੇ ਐਂ ਵੀ ਕਟਾ ਸਕਦੇ ਹਾਂ, ਇੱਕ ਦੂਜੇ ਨੂੰ ਵੀ ਕਟਾ ਸਕਦੇ ਹਾਂ। ਠੀਕ ਹੈ, ਤਾਂ ਜਦੋਂ ਹੁਣ ਆਪਾਂ ਕਟਾਵਾਂਗੇ 5 ਤੀਏ 15, 23 5 115, ਚੌਂਕ ਚੌਂਕੀ 16, 23 ਚੌਂਕਾ 92। ਆਪਸ ਦੇ ਵਿੱਚ ਕੱਟੇ ਗਏ। ਆਨਸਰ ਕਿੰਨਾ ਬਚ ਗਿਆ ਆਪਣੇ ਕੋਲ ਕੱਟ ਕਟਾਈ ਕਰਾ ਕੇ 3 ਬਟਾ 4 ਭਿੰਨ ਅਸਲ ਦੀ ਭਾਈ ਕੀ ਹੋਊਗੀ ਮੂਲ ਭਿੰਨ ਹੋਊਗੀ। ਓਕੇ ਜੀ, ਇਸ ਤੋਂ ਬਾਅਦ ਆਪਾਂ ਅਗਲੇ ਸਵਾਲ 'ਤੇ ਚੱਲਦੇ ਹਾਂ। ਦੇਖੋ ਜੀ ਅਗਲਾ ਸਵਾਲ ਪੁੱਤਰ ਆਪਣੇ ਕੋਲ ਆ ਗਿਆ ਇਹਦੇ ਵਿੱਚ ਕੀ ਪੁੱਛ ਰਿਹਾ ਹੈਗਾ ਨਾ, ਦੋ ਸੰਖਿਆਵਾਂ ਇੱਕ ਤੀਸਰੀ ਸੰਖਿਆਵਾਂ ਤੋਂ 30% ਅਤੇ 40% ਵੱਧ ਅਧਿਕ ਹਨ। ਦੂਸਰੀ ਸੰਖਿਆ ਤੋਂ ਪਹਿਲੀ ਸੰਖਿਆ ਕਿੰਨੀ ਵੱਧ ਹੈ। ਓਕੇ, ਕੋਈ ਉਲਝਣ ਵਾਲੀ ਸਵਾਲ ਨਹੀਂ। ਸਵਾਲ ਜਦੋਂ ਆਪਾਂ ਕੱਢਣਾ ਹੁੰਦਾ ਨਾ, ਸਭ ਤੋਂ ਪਹਿਲਾਂ ਸਵਾਲ ਨੂੰ ਇੰਨੇ ਧਿਆਨ ਨਾਲ ਸਮਝੋ ਕਿ ਸਵਾਲ ਨੂੰ ਵਾਰੀ ਰੀਡਿੰਗ ਕਰਨ ਨਾਲ ਨਾ ਇੱਕ ਵਾਰੀ ਸਵਾਲ 'ਤੇ ਚਾਹੇ 20 ਸਕਿੰਟ ਲਾ ਦਿਓ ਤੁਸੀਂ। ਠੀਕ ਹੈ, ਪਰ ਸਵਾਲ ਨੂੰ ਚੰਗੀ ਤਰ੍ਹਾਂ ਸਮਝੋ। ਜਿੰਨਾ ਤੁਸੀਂ ਸਵਾਲ ਨੂੰ ਚੰਗੀ ਤਰ੍ਹਾਂ ਸਮਝੋਗੇ ਉਨੀ ਸਵਾਲ ਸਹੀ ਨਿਕਲੂਗਾ। ਦੇਖੋ ਹੁਣ ਦੋ ਸੰਖਿਆਵਾਂ ਇੱਕ ਤੀਸਰੀ ਸੰਖਿਆਵਾਂ ਤੋਂ 30 ਅਤੇ 40% ਵੱਧ ਹਨ। ਕਿੰਨੀਆਂ ਸੰਖਿਆਵਾਂ ਟੋਟਲ ਆਪਣੇ ਕੋਲ 3।
एक संख्या वा, दो संख्या वा, तीन संख्या लिख लेंगे। एक आप सिर्फ समझने वास्ते लिखे, चाहे इतने ए लिख लो, चाहे इतने बी लिख लो, चाहे इतने सी लिख लो, तो जिवें स्किल काम करती हो लिख लो। कि दो संख्यावां, एक तीसरी संख्यावा, तो तीसरी संख्या आपको पता है कि नहीं पता, नहीं पता तीसरी संख्या, तो तीसरी संख्या को आप मान लाँगे 100। ये कहते जी तीसरी संख्या तो एक संख्या का कितनी ज़्यादा हैगी, एक संख्या का भाई हैगी है 30, तो एक संख्या हैगी 40 ज़्यादा। कहना मतलब कि एक संख्या का जी संख्या कि पहली है जी वो 30% ज़्यादा है, तो 100 के 30 जोड़े कितने हो गए 130%, 100 तो 30% ज़्यादा है। दूसरी संख्या 100 तो कितने परसेंट ज़्यादा है 40% ज़्यादा है। 100 के 40 जोड़े 140% बन गए। बाद में आपस कट्टे जाएंगे, 0 में कट्टिया जाएगी, ठीक है। 13 14 10 ये नहीं कट्टे जाएंगे। बस सारा सवाल सॉल्व हो गया। ये दूसरी संख्या दसो पहली संख्या तो कितनी ज़्यादा है, दूसरी संख्या कि है 14, ये कहते पहली तो कितनी ज़्यादा है, पहली कितनी है 13 गुणा 100। हुण इन्होंने आपस में कटा दो 50 7, बस 50 7 ते जाऊगी, ठीक है। इस तो बाद 13 की 50 गुणा कर दो, 0 0 5 ते 15 5 ते 6 650, 650 बटा 7 कर दो, ठीक है। जो आप 650 बटा 7 करा, 650 बटा 7 9 7 63, 2 लागे 7 दूनी 14, 2 लागे 2 ऊपर 92 इधर 7, 92 सही 2 बटा 7 आंसर होना चाहिए अपना, ठीक है। 9 7 63 20 7 19 14, ठीक है। ऑप्शन के सूँ शायद 6 बटा 7 मिलूगा, वो गलत हो सकता आंसर, अपना 92 आंसर बिल्कुल सही है। ओके जी। तो इस तो बाद चलो अगे देखो जी, अगला ऑपरेशन किहड़ा हो गया अपने को, अगला ऑपरेशन है अपना 45वां 46वां ऑपरेशन है अपना। 46वें की पूछा, 46वां वैसे लिखा पुत्रो, कभी समझ लो कि 46 क्यों लिखा। देखो दो संख्यावां एक तीसरी संख्यावां तो 12 सही 1% ਅਤੇ 25% ਦੇ कहना पहली संख्या दूसरी तो कितनी अलग है, वही चीज़ है। दो संख्यावां एक तीसरी संख्या तो उमें जिवें लिख लो 1 B C। हुण देखो इत्थे की रौला पैंदा है, ਇਹਦਾ भी रौला सेम टू सेम ही हैगा, क्योंकि दो संख्यावां विच एक तीसरी संख्या तो इन्ने ते इन्ने वध है। पहली संख्या आप तीसरी संख्या कितनी है पता ही नहीं ना, तो 100 मान लो। पहली संख्या तो कितनी वध है, जो आप संख्या तोड़ते होंगे हैं, तो इन्हों जो तोड़ोगे आप 12 दूना 24, ठीक है। 12 दूना 24, 24 देखो हो गया 25, 25 बटा 2 का जो वध करा कितना आ जाऊगा 12.5। कहना मतलब यदी वैल्यू कितनी है, आ संख्या की वैल्यू कितनी है 12.5। जो 100 के 12.5 जोड़ांगे तो यह बन जूगा 112.5 वध है, तो दूसरी तो कितनी वध है 125 वध है। बस सारा सवाल सॉल्व हो गया। ये कहते पहली संख्या दसो दूसरी संख्या तो कितनी ज़्यादा है, ठीक है। पिछली बार आपको की पूछा सी दूसरी संख्या से पहली संख्या कितनी ज़्यादा है, एर की पूछा कि पहली संख्या दूसरी संख्या तो कितनी ज़्यादा है। तो जिहड़ी आप कड्ढनी हुंदी है, ठीक है, वो आप हमेशा थल्ले लाने होंगे जिहतों जो आप कड्ढना हुंदा गा। पिछली बार आप किहड़ी कड्ढनी सी, पिछली बार आप कड्ढनी सी आप दूसरी संख्या, तो दूसरी संख्या आप लाई सी थल्ले। इस बार कड्ढनी पहली संख्या, तो पहली संख्या आप लावांगे थल्ले, जिहड़ी कड्ढनी है वो लावांगे उपर गुणा 100। ये पॉइंट जो हटावांगे तो उपरी वग जूगा 10, ठीक है। बस बाद में इन्होंने आपस के कटा दो, तो कटा के अपने को आंसर बिल्कुल सही आ जाऊगा, ठीक है जी। ठीक है पुत्रो, इन्ना तुम कटा ही सकते हो ना, फिर टाइम वध लग जूगा। बस आह क्वेश्चन हम सारी हल करके देती है, दोबारा आंसर आ जाऊगा अपना। ओके जी। देखो इस तो बाद जी अपना आ गया 48वां, कहते जदी जेकर ए की तनख्वाह बी की तनख्वाह तो 10% अधिक है, तो बी की तनख्वाह का किन्ने परसेंट, तो बी की तनख्वाह का बी की तनख्वाह ए की तनख्वाह का किन्ने परसेंट है, तो बी की तनख्वाह बी की तनख्वाह ए की तनख्वाह का किन्ने प्रतिशत है। ये पेपर भाई आया हुआ है, सारे पेपर सारे आए हुए हैं, जिन्हें भी करवाई जाते हैं सारे किसी ना किसी पेपर च आए हुए। देखो जी ए की तनख्वाह बी की तनख्वाह तो 10% वध है, इतने लिख लो ए की तनख्वाह, इतने लिख लो बी की तनख्वाह। ए की तनख्वाह जी वो बी की तनख्वाह तो 10% वध है, मतलब बी की तनख्वाह कितनी है 100, तो ए की तो किन्नों वध है
10 0 ਨਾਲ 0 ਕੱਟੀ ਗਈ। ਸਮਝ ਲਾ ਇਹਨੂੰ 11 ਹਿੱਸੇ ਮਿਲਦੇ ਆ, ਇਹਨੂੰ 10 ਹਿੱਸੇ ਮਿਲਦੇ ਆ। ਇਹ ਕਹਿੰਦੇ ਇਹ ਦੱਸੋ ਕਿ ਬੀ ਦੀ ਤਨਖਾਹ ਏ ਦੀ ਤਨਖਾਹ ਤੋਂ ਕਿੰਨੇ % ਵੱਧ ਹੈ। ਠੀਕ ਹੈ, ਤਾਂ ਇਹਦੇ ਵਾਸਤੇ ਆਪਾਂ ਕਿਹਦੀ ਬੀ ਦੀ ਤਨਖਾਹ ਏ ਦੀ ਤਨਖਾਹ ਤੋਂ ਕੱਢਣੀ ਕਿਹੜੀ ਹੈ, ਬੀ ਦੀ ਤਨਖਾਹ। ਬੀ ਦੀ ਤਨਖਾਹ ਉੱਪਰ ਲਿਖ ਲਓ ਕਿੰਨੀ ਹੈ 10। ਠੀਕ ਹੈ, ਥੱਲੇ ਕਿਹਦੀ ਕੱਢਣੀ ਹੈ, ਆਹ 11 ਆ ਗਿਆ। ਕੀ ਕੱਢਣਾ ਗਾ, % ਕੱਢਣਾ ਗਾ। ਤਾਂ 1000 ਬਟਾ 11 ਕਰ ਦਿਓ। ਜੋ 1000 ਬਟਾ 11 ਕਰਾਂਗੇ ਆਪਾਂ ਤਾਂ 11 ਨਾ ਆ 99, ਇੱਕ ਇੱਥੇ ਵੱਜ ਗਿਆ 10, 10 ਉੱਪਰ ਵਗ ਜੂ, 9 ਇੱਧਰ ਆ ਜੂ, 11 9 ਸਹੀ 10 ਬਟਾ 11 ਆਪਣਾ ਆਨਸਰ ਆਊਗਾ। ਆਪਸ਼ਨ ਦੇ ਵਿੱਚ ਨਾ ਗਲਤ ਲਿਖਿਆ ਹੋਣਾ, 9 ਸਹੀ 1 ਬਟਾ 11 ਲਿਖਿਆ ਹੋਇਆ, ਇਹ ਗਲਤ ਹੈ, ਇੱਥੇ 10 ਲੱਗਣਾ ਨਾਲ। ਓਕੇ ਜੀ, ਅਤੇ ਇਹ ਸਵਾਲ ਆ ਬਸ ਆਹ ਚੀਜ਼ਾਂ ਕੱਢਣੀਆਂ ਸਿੱਖ ਲਓ ਪੁੱਤਰੋ। ਰੇਸ਼ੋ ਵਾਲਾ ਮੈਥਡ ਮਗਰ ਜੇ ਤੁਸੀਂ ਸਵਾਲ ਦੇ ਦੇਖੋਗੇ ਤੁਸੀਂ ਸੋਲਿਊਸ਼ਨ ਕੱਢ ਕੇ ਦੇਖ ਲਓ ਜਿਹੜੇ ਤਰੀਕੇ ਨਾਲ ਮੈਂ ਕਰਵਾਉਣਾ, ਕੋਈ ਤਰੀਕਾ ਨਹੀਂ ਉਹਨੇ ਲਾਇਆ ਹੋਇਆ। ਆਪਣਾ ਤਰੀਕਾ ਹੋਰ ਆਉਂਦਾ, ਇਹ ਤਰੀਕੇ ਹੋਰ ਹੈਗੇ। ਠੀਕ ਹੈ, ਕਿਉਂਕਿ ਉਹਨਾਂ ਦਾ ਹੁੰਦਾ ਜੈਨੂਅਨ ਮੈਥਡ, ਆਪਾਂ ਲਾਉਣੇ ਹੁੰਦੇ ਟ੍ਰਿਕਸ ਵਿੱਚ, ਤਾਂ ਕਰਕੇ ਆਪਾਂ ਉਹਨਾਂ ਨਾਲ ਨਹੀਂ ਰਲ ਸਕਦੇ। ਇਸ ਤੋਂ ਬਾਅਦ ਅਗਲਾ ਸਵਾਲ ਵੀ ਪੁੱਛਿਆ ਗਿਆ ਹੈਗਾ, ਇਸ ਤੋਂ ਬਾਅਦ 50। ਦੇਖੋ ਜੀ ਅਗਲਾ ਸਵਾਲ ਆਪਣੇ ਕੋਲ ਇਹ ਆ ਗਿਆ ਜੀ, ਕਹਿੰਦੇ ਜੇਕਰ ਏ ਦੀ ਤਨਖਾਹ ਬੀ ਦੀ ਤਨਖਾਹ ਤੋਂ 30% ਅਧਿਕ ਹੈ ਤਾਂ ਬੀ ਦੀ ਤਨਖਾਹ ਏ ਦੀ ਤਨਖਾਹ ਦਾ ਕਿੰਨੇ % ਹੈ। ਇਹ ਤੁਹਾਨੂੰ ਕਰਵਾ ਕੇ ਕਹਿੰਦੇ ਨਾਲ ਦਾ ਸਵਾਲ। ਠੀਕ ਹੈ, ਉਵੇਂ ਜਿਵੇਂ ਏ ਵੀ ਲਿਖ ਲਿਆ ਕਰੋ ਪਹਿਲਾਂ ਤਾਂ। ਏ ਦੀ ਤਨਖਾਹ ਜਿਹੜੀ ਬੀ ਦੀ ਤਨਖਾਹ ਤੋਂ 30 ਵੱਧ ਆ ਗਈ, ਮਤਲਬ ਬੀ ਦੀ ਤਨਖਾਹ ਕਿੰਨੀ ਆ 100, ਇਹਦੀ ਹੋ ਜੂਗੀ 30, ਇਹਦੇ ਕੋਲ 13 ਹਿੱਸੇ, ਇਹਦੇ ਕੋਲ 20 ਹਿੱਸੇ, ਤਾਂ ਬੀ ਦੀ ਤਨਖਾਹ ਏ ਦੀ ਤਨਖਾਹ ਦਾ ਕਿੰਨੇ % ਹੈ। ਤਾਂ ਬੀ ਦੀ ਤਨਖਾਹ ਕਿੰਨੀ ਹੈ 10 ਬਟਾ 13 ਗੁਣਾ 100। ਬਾਅਦ ਵਿੱਚ ਬਸ ਇਹਨਾਂ ਨੂੰ ਹੱਲ ਕਰ ਲਿਓ, ਆਪਣੇ ਕੋਲ ਆਨਸਰ ਆ ਜਾਊਗਾ। ਇਹ ਹੈਗਾ ਸੀ ਆਪਣਾ 50ਵਾਂ ਸਵਾਲ। ਠੀਕ ਹੈ ਜੀ, ਇਸ ਤੋਂ ਬਾਅਦ ਆਪਣਾ ਕਰਨਾ ਆਪਾਂ 52। ਆਹ ਸਵਾਲ ਦਾ ਪੁੱਤਰੋ ਜਿਹੜੇ ਸਮਾਂ ਸੇਮ ਟੂ ਸੇਮ ਹੀ ਸੀ, ਤੁਸੀਂ ਥੋੜ੍ਹਾ ਮੋਟਾ ਦਿਮਾਗ ਲਾਇਆ ਕਰੋ ਪੁੱਤਰੋ, ਕਿਉਂਕਿ ਸਵਾਲ ਸਾਰੇ ਸੇਮ ਟੂ ਸੇਮ ਹੀ ਆ। ਉਹ ਵੀ ਚੀਜ਼ ਦਿੱਤੀ ਹੋਈ ਹੈ, ਕਹਿੰਦੇ x ਤੇ 22 ਦਿੱਤਾ ਇਹਨਾਂ ਨੇ, ਕਿ ਪਿਛਲੀ ਵਾਰ 22 ਵੀ ਮੰਨਿਆ ਸੀ। ਕਹਿੰਦੇ x ਜਿਹੜਾ ਉਹ 22 ਤੋਂ 10% ਦਾ ਅਧਿਕ ਹੈ, ਜਿਹੜਾ x ਹੈ ਉਹ 22 ਤੋਂ 10% ਅਧਿਕ। ਆਹ ਕਿੰਨਾ 100, ਆਹ ਕਿੰਨਾ 110, 0 ਨਾਲ 0 ਕੱਟੀ ਗਈ। ਇਹ ਨਾਲ ਦਾ ਸਵਾਲ ਆਪਾਂ ਪਹਿਲਾਂ ਕਰਕੇ ਗਏ ਹਾਂ ਸੇਮ ਟੂ ਸੇਮ, 9 ਸਹੀ 1 ਬਟਾ 11 ਨਹੀਂ ਕਰਕੇ ਗਏ, ਤੁਸੀਂ ਧਿਆਨ ਨਾਲ ਦੇਖੋ ਪਹਿਲਾਂ ਤਾਂ। ਇਸ ਤੋਂ ਬਾਅਦ ਕੀ ਪੁੱਛਿਆ ਇਹਨਾਂ ਨੇ, ਇਸ ਤੋਂ ਬਾਅਦ ਪੁੱਛਿਆ ਕਹਿੰਦੇ 22x ਤੋਂ ਕਿੰਨੇ % ਅਧਿਕ ਹੈ। ਜਿਹੜੀ ਕੱਢਣਾ ਹੁੰਦਾ ਆਪਾਂ, ਠੀਕ ਹੈ, ਉਹ ਆਪਾਂ ਤਾਂ ਲਾ ਦਿੰਦੇ ਹੁੰਦੇ ਆ। ਓਕੇ, ਕਿਹਦੇ 'ਚੋਂ ਕੱਢਣਾ ਹੈਗਾ, 11 ਚੋਂ ਕੱਢਣਾ, ਗੁਣਾ 100, ਇਹ ਹੋ ਗਿਆ ਸੀ 1000। 1000 ਬਟਾ 11 ਕਰਾਂਗੇ ਜਦੋਂ ਆਪਾਂ ਨੂੰ ਆਨਸਰ ਆ ਜਾਊਗਾ 9 ਸਹੀ 10 ਦੀ ਪਾਵਰ 11 ਆਨਸਰ ਆ ਜਾਊਗਾ ਆਪਣੇ ਕੋਲ। ਠੀਕ ਹੈ, ਐਡੀ ਵੀ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ, ਪਤਾ ਸਵਾਲ ਸਾਰੇ ਇੱਕੋ ਜਿਹੇ ਹੁੰਦੇ ਆ, ਅਤੇ ਜ਼ਰੂਰ ਕੱਢਿਆ ਕਰੋ। ਇਸ ਤੋਂ ਬਾਅਦ ਆ ਗਿਆ 53ਵਾਂ। ਦੇਖੋ ਜੀ ਅਗਲਾ ਸਵਾਲ ਆਪਣੇ ਕੋਲ ਆ ਗਿਆ, ਕਹਿੰਦੇ ਏ ਦੀ ਜਿਹੜੀ ਤਨਖਾਹ ਹੈਗੀ ਉਹ ਬੀ ਦੀ ਤਨਖਾਹ ਤੋਂ 20% ਘੱਟ ਹੈ, ਤਾਂ ਬੀ ਦੀ ਤਨਖਾਹ ਏ ਦੀ ਤਨਖਾਹ ਦਾ ਕਿੰਨੇ % ਹੈ। ਦੇਖੋ ਜੀ ਇਹ ਗੱਲ ਕੱਢਣੀ ਹੈ ਆਪਾਂ ਐਤਕੀ, ਤਾਂ ਇਹਦੇ ਵਿੱਚ ਕੱਢਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਏ ਵੀ ਲਿਖ ਲਾਂਗੇ ਆਪਾਂ। ਏ ਦੀ ਤਨਖਾਹ ਜਿਹੜੀ ਉਹ ਬੀ ਦੀ ਤਨਖਾਹ ਤੋਂ ਘੱਟ ਹੈਗੀ, ਬੀ ਦੀ ਤਨਖਾਹ ਤੋਂ 20% ਘੱਟ ਹੈ। ਠੀਕ ਹੈ, ਬੀ ਦੀ ਤਨਖਾਹ ਤੋਂ 20% ਘੱਟ, ਮੰਨ ਲਓ ਕਿ ਬੀ ਦੀ ਤਨਖਾਹ ਕਿੰਨੀ ਹੈ 100%, ਤਾਂ ਏ ਦੀ ਤੋਂ ਕਿੰਨੀ ਘੱਟ ਹੈ 20%, ਕਹਿੰਦਾ ਮਤਲਬ ਉਹਦੀ ਤਨਖਾਹ ਹੈਗੀ ਹੈ 80। ਜੋ ਰੇਸ਼ੋ ਕੱਢਾਂਗੇ 4 5 ਆ ਜਾਊਗੀ ਆਪਣੇ ਕੋਲ। ਠੀਕ ਹੈ, ਕਿ ਇਹਦੇ ਕੋਲ 4 ਹਿੱਸੇ ਆ, ਇਹਦੇ ਕੋਲ 5 ਹਿੱਸੇ। ਇਸ ਤੋਂ ਬਾਅਦ ਕੀ ਕਹਿੰਦੇ ਆ, ਇਹ ਕਹਿੰਦਾ ਬੀ ਦੀ ਤਨਖਾਹ ਜਿਹੜੀ ਏ ਦੀ ਤਨਖਾਹ ਦਾ ਕਿੰਨੇ % ਹੈ। ਬੀ ਦੀ ਤਨਖਾਹ ਏ ਦੀ ਤਨਖਾਹ ਦਾ ਕਿੰਨੇ % ਹੈ, ਇਹ ਕੱਢਣਾ ਹੁਣ ਆਪਾਂ। ਦੇਖੋ ਜੀ ਮੈਂ ਪਹਿਲਾਂ ਸਵਾਲ ਆਪ ਕੱਢ ਕੇ ਦੇਖਿਆ ਸੀ, ਇੱਕ ਇਹਦੀ ਥੋੜ੍ਹੀ ਜਿਹੀ ਦੇਖੋ। ਇਹ ਸਵਾਲ ਕੱਢਣ ਨੂੰ 2 ਤਰੀਕੇ ਹੈ ਸਵਾਲ ਨੂੰ ਕੱਢਣ ਦੇ। ਠੀਕ ਹੈ, ਉਹ 2 ਤਰੀਕੇ ਕਿਹੜੇ ਪਹਿਲਾਂ ਤਾਂ ਇਹ ਸਮਝੋ। ਇਹ ਸਵਾਲ ਆਪਾਂ 2 ਤਰੀਕੇ ਨਾਲ ਕੱਢਾਂਗੇ, ਜਿਵੇਂ ਪਹਿਲਾਂ ਦੱਸਿਆ ਹੋਇਆ ਤੁਹਾਨੂੰ। ਪਹਿਲਾਂ ਸੌਖਾ ਤਰੀਕਾ ਹੀ ਆਪਣਾ ਸਭ ਤੋਂ, ਜਿਹੜਾ ਆਪਾਂ ਵਾਰੀ ਵਰਤਦੇ ਹਾਂ, ਜੋ ਕੋਈ ਨਵੀਂ ਗੱਲ ਨਹੀਂ ਹੈਗੀ। ਏ ਦੀ ਤਨਖਾਹ ਬੀ ਦੀ ਤਨਖਾਹ ਤੋਂ 20% ਘੱਟ ਹੈ, ਕਹਿੰਦਾ ਮਤਲਬ ਬੀ ਦੀ ਤਨਖਾਹ ਆਪਾਂ ਨੂੰ ਪਤਾ ਨਹੀਂ ਕਿੰਨੀ ਹੈ, ਇਹਦੀ 20% ਘੱਟ ਆ, ਉਹਦਾ ਇੰਨਾ ਪਤਾ ਲੱਗਿਆ 80 ਹੈ, ਇਹਦੀ 4 ਰੇਸ਼ੋ ਹੋਊਗੀ, ਇਹਦੀ 5 ਰੇਸ਼ੋ ਹੋਊਗੀ। ਬਾਅਦ ਵਿੱਚ ਕਹਿੰਦੀ ਬੀ ਦੀ ਤਨਖਾਹ ਏ ਦੀ ਤਨਖਾਹ ਦਾ ਕਿੰਨੇ % ਹੈ, ਬੀ ਦੀ ਤਨਖਾਹ ਕਿੰਨੀ ਹੈ 5, ਕਿਹਦੇ 'ਚੋਂ ਕੱਢਣੀ ਹੈ, ਕਿਹਦਾ ਹਿੱਸਾ ਗਾ 4 ਦਾ, ਗੁਣਾ 100 ਕਿੰਨਾ ਆ ਗਿਆ 25, 25 5 ਆ 125% ਆਨਸਰ ਆ ਗਿਆ। ਹੁਣ ਤੁਸੀਂ ਕਹੋਗੇ ਕਿ ਭਾਈ 125% ਦਾ ਵਿੱਚ ਆਨਸਰ ਹੈ ਨਹੀਂ, ਤਾਂ ਦੇਖੋ ਬੱਚੋ ਜਿਹੜੀ 100 ਵੈਲੂ ਸੀ ਉਹਦਾ ਪ੍ਰੋਪਰ ਹੀ ਸੀ ਨਾ, 100 ਤੋਂ ਉੱਪਰ ਜਿਹੜੀ ਵੈਲੂ ਬਣ ਗਈ 25%, ਉਹ ਆਨਸਰ ਆ ਗਿਆ। ਜੇ ਤੁਹਾਨੂੰ ਫਿਰ ਵੀ ਸਵਾਲ ਔਖਾ ਲੱਗਦਾ, ਫਿਰ ਦੂਸਰਾ ਤਰੀਕਾ ਇੱਕ ਸੈਕਿੰਡ ਮੈਥਡ ਇਹ ਲਾ ਲਓ। ਫਰਕ ਕਿੰਨਾ ਰਹੇਗਾ ਦੋਨਾਂ ਦੇ ਵਿੱਚ, 1 ਦਾ, 4 ਤੇ 5 ਦੇ ਵਿੱਚ 1 ਦਾ ਰੇਸ਼ੋ ਫਰਕ ਪੈ ਗਿਆ। ਕੱਢਣੀ ਕਿਹਦੀ ਰੇਸ਼ੋ ਆਪਾਂ, ਕੱਢਣੀ ਕਾਹਦੇ 'ਚੋਂ ਹੈ, ਏ 'ਚੋਂ। ਏ ਦੀ ਕਿੰਨੀ ਹੈ 4 ਗੁਣਾ 100 25%। ਦੋਨੇ ਆਨਸਰ ਹੀ ਸਹੀ ਹੈ ਬਿਲਕੁਲ। ਠੀਕ ਹੈ, ਜਿਹੜਾ ਤੁਹਾਨੂੰ ਸਹੀ ਲੱਗਦਾ ਆਪਣੀ ਮਰਜ਼ੀ ਨਾਲ ਲਾ ਲਓ ਪੁੱਤਰੋ। ਠੀਕ ਹੈ,
ਇਸ ਤੋਂ ਬਾਅਦ ਆ ਜਾਓ ਆਪਾਂ ਅਗਲੇ ਸਵਾਲ ਤੇ। ਦੇਖੋ ਜੀ ਸੇਮ ਟੂ ਸੇਮ ਚੀਜ਼ ਹੈ, ਕੋਈ ਵੱਡੀ ਗੱਲ ਨਹੀਂ ਹੈਗੀ ਇਹਦੇ ਵਿੱਚ। ਦੇਖੋ ਧਿਆਨ ਨਾਲ ਸਮਝੋ, ਏ ਦੀ ਤਨਖਾਹ ਬੀ ਦੀ ਤਨਖਾਹ ਤੋਂ 50% ਘੱਟ ਹੈ। ਇੱਥੇ ਲਿਖ ਲਿਆ ਏ, ਇੱਥੇ ਲਿਖ ਲਿਆ ਬੀ। ਏ ਦੀ ਤਨਖਾਹ ਜਿਹੜੀ ਬੀ ਦੀ ਤਨਖਾਹ ਤੋਂ 50% ਘੱਟ ਹੈ, ਬੀ ਦੀ ਤਨਖਾਹ ਤੋਂ। ਸਮਝ ਲਓ ਬੀ ਦੀ ਤਨਖਾਹ ਕਿੰਨੀ ਹੈ 100, ਇਹਦੀ 50% ਘੱਟ ਹੈ, ਇਹਦੀ ਹੋ ਗਈ 50। ਠੀਕ ਹੈ, ਰੇਸ਼ੋ ਕਿੰਨੀ ਹੋ ਗਈ 1:2, ਮਤਲਬ ਇਹਦੇ ਕੋਲ 1 ਹਿੱਸਾ, ਇਹਦੇ ਕੋਲ 2 ਹਿੱਸਾ। ਇਹ ਦੋ ਵਾਰ ਕੀ ਕਹਿ ਰਹੇ ਆ, ਕਹਿੰਦੇ ਬੀ ਦੀ ਤਨਖਾਹ ਏ ਦੀ ਤਨਖਾਹ ਦਾ ਕਿੰਨੇ ਹਿੱਸਾ ਹੈਗਾ। ਬੀ ਦੀ ਤਨਖਾਹ ਕਿੰਨੀ ਆ 2, ਕੱਢਣਾ ਕਰੇ ਚੋਂ ਏ ਦਾ ਹਿੱਸਾ ਗੁਣਾ 100। ਠੀਕ ਹੈ, ਤਾਂ ਇਹ ਆ ਗਿਆ ਆਪਣੇ ਕੋਲ 200%। ਇਹ ਤੁਹਾਨੂੰ ਦੱਸਿਆ ਕਿ ਇੱਕ ਦਾ 100% ਆ ਜਿਹੜਾ ਉਹ ਤਾਂ ਆਪਾਂ ਨੂੰ ਵਿੱਚ ਹੀ ਪਿਆ, ਉਤਲਾ 100% ਇਹਦਾ ਆਨਸਰ ਆ ਜਾਊਗਾ। ਠੀਕ ਹੈ, ਜੇ ਭਾਈ ਤੁਹਾਨੂੰ ਫਿਰ ਵੀ ਔਖਾ ਲੱਗਦਾ ਤਾਂ ਡਿਫਰੈਂਸ ਕੱਢ ਲਓ ਇਹਨਾਂ ਦਾ। ਡਿਫਰੈਂਸ ਕਿੰਨਾ ਆ ਗਿਆ 1, ਅਤੇ ਕੱਢਣਾ ਕਾਹਦੇ ਚੋਂ ਹੈ ਏ ਚੋਂ ਕੱਢਣਾ ਬੀ ਦਾ ਗੁਣਾ 100, ਤਾਂ ਵੀ ਆਨਸਰ 100% ਹੀ ਆਊਗਾ। ਠੀਕ ਹੈ, ਅਤੇ ਐਡੀ ਘਬਰਾਉਣ ਵਾਲੀ ਗੱਲ ਨਹੀਂ। ਸਵਾਲ ਸਾਰੇ ਸੌਖੇ ਪੁੱਤਰੋ, ਇਹ 55ਵੇਂ ਸਵਾਲ ਦਾ ਆਨਸਰ 100 ਹੈ। ਦੇਖੋ ਜੀ ਅਗਲਾ ਸਵਾਲ ਆ ਗਿਆ ਪੁੱਤਰੋ ਆਪਣੇ ਕੋਲ। ਇਹ 'ਚ ਕੀ ਕਹਿ ਰਹੇ ਹੈ, ਕਹਿੰਦੇ 740 ਦਾ 35%। ਜਿਹੜੀ 740 ਅੱਗੇ ਰਕਮ ਆ ਪੁੱਤਰੋ, ਉਹਦਾ ਜਿਹੜਾ 35% ਹੈ ਉਹ ਕਿਸੇ ਸੰਖਿਆ ਤੋਂ 34 ਵੱਧ ਹੈ। ਠੀਕ ਹੈ, ਕਿਸੇ ਸੰਖਿਆ ਤੋਂ 34 ਵੱਧ ਹੈ। ਕਹਿੰਦੇ ਤਾਂ ਇਸ ਸੰਖਿਆ ਦਾ 2/5% ਕਿੰਨਾ ਹੋਊਗਾ। ਠੀਕ ਹੈ, ਸੰਖਿਆ 2/5 ਹਿੱਸਾ ਕਿੰਨਾ ਹੋਊਗਾ। ਸਭ ਤੋਂ ਪਹਿਲਾਂ 740 ਦਾ 35% ਕੱਢਣਾ ਗਾ, ਤਾਂ ਜਦੋਂ ਆਪਾਂ ਕਰਾਂਗੇ 740 ਗੁਣਾ 35, ਜਿਹਦੇ ਵੀ ਅਸੀਂ ਪਰਸੈਂਟ ਕੱਢਣਾ ਹੋਵੇ ਐਂ ਕੱਢ ਸਕਦੇ ਡਾਇਰੈਕਟ। 0 ਨਾਲ 0 ਕੱਟਿਆ ਗਿਆ, 2 7 5 35 ਆ ਗਿਆ 37, ਤੇ 37 7 259। 37 7 259 ਹੁੰਦਾ, ਦੇਖੀਏ ਹਾਂ 259 ਹੀ ਹੁੰਦਾ। ਠੀਕ ਹੈ, 259 ਹੋ ਗਿਆ। ਇਸ ਤੋਂ ਬਾਅਦ ਜਿਹੜੇ 259 ਹੈ, ਜਿਹੜੀ ਸੰਖਿਆ ਦਿੱਤੀ ਹੋਈ ਉਹ ਤੋਂ 34 ਵੱਧ ਹੈਗਾ, ਤਾਂ 34 ਵੱਧ ਦੇ 'ਚੋਂ ਘਟਾ ਦਿੰਦੇ ਆਪਾਂ। ਇਹ ਕਿੰਨਾ ਬਚ ਗਿਆ 225, ਅਤੇ 225 ਦਾ ਕਿੰਨਾ ਹਿੱਸਾ ਪਤਾ ਕਰਨਾ ਆਪਾਂ, 2/5 ਹਿੱਸਾ ਕਿੰਨਾ ਹੋਵੇਗਾ। ਇਹਨੂੰ ਘਟਾ ਦਿਓ ਇਹਦੇ ਨਾਲ, ਇਹ ਆ ਜਾਊਗਾ 45। 45 ਦੂਣਾ 45 ਦੀ 2 ਨਾਲ ਗੁਣਾ ਕਰੀ ਤਾਂ 90 ਭਾਈ ਇਹਦਾ ਆਨਸਰ ਆ ਜਾਊਗਾ। ਠੀਕ ਹੈ, ਦੇਖੋ 740 ਦਾ 35% ਕਿਸੇ ਸੰਖਿਆ ਤੋਂ 34 ਵੱਧ ਸੀ। ਠੀਕ ਹੈ, 740 ਦਾ ਪਹਿਲਾਂ 35% ਕੱਢ ਲਿਆ, ਜਿੰਨੀ ਸੰਖਿਆ ਆ ਗਈ ਉਹ 34 ਵੱਧ ਆ ਗਿਆ ਇਹ ਆਪਣੇ ਕੋਲ, ਤਾਂ ਆਪਾਂ ਪਹਿਲੂ ਬੈਲੈਂਸ ਕਰਨੀ ਹੈ ਤਾਂ 34 ਘਟਾ ਦਾਂਗੇ। ਠੀਕ ਹੈ, ਜੇ ਘੱਟ ਹੁੰਦਾ ਫਿਰ ਜੋੜ ਦਿੰਦੇ। ਜਿਹੜਾ 225 ਆ ਗਿਆ ਇਹਦਾ ਆਪਾਂ ਕਰਨਾ 2/5 ਹਿੱਸਾ ਲਿਖਿਆ ਹੋਇਆ ਇਹਨਾਂ ਨੇ, ਤਾਂ ਐਂ ਕਰਕੇ ਆਪਣਾ ਆਨਸਰ ਆ ਗਿਆ। ਠੀਕ ਹੈ, ਇਹ ਸਵਾਲ ਕਿਹੜਾ ਸੀ ਆਪਣਾ 57ਵਾਂ ਸਵਾਲ ਸੀ। ਇਸ ਤੋਂ ਬਾਅਦ ਬੱਚੇ ਦੀ ਡਿਮਾਂਡ ਆਈ ਹੈ 59ਵੇਂ ਸਵਾਲ ਦੀ, 59ਵਾਂ ਸਵਾਲ ਕਰਵਾਓ ਸਾਨੂੰ। ਚਲੋ ਉਹ ਵੀ ਕਰਵਾਉਣੇ। ਦੇਖੋ ਇਸ ਤੋਂ ਬਾਅਦ ਬਾਈ ਆ ਗਿਆ ਆਪਣੇ ਕੋਲ ਅਗਲਾ ਸਵਾਲ। ਕਹਿੰਦੇ ਕਿਸੇ ਵਸਤੂ ਦੇ ਮੁੱਲ ਦੇ ਵਿੱਚ ਪਹਿਲਾਂ 10% ਵਧਾਤਾ ਅਤੇ ਇਸ ਤੋਂ ਬਾਅਦ ਕਿੰਨਾ ਵਧਾਤਾ 20% ਵਧਾਤਾ, ਤਾਂ ਮੁੱਲ ਦੇ ਵਿੱਚ 33 ਰੁਪਈਆ ਵੱਧ ਗਿਆ। ਤਾਂ ਮੁੱਲ ਕਿੰਨਾ ਵੱਧ ਗਿਆ 33 ਰੁਪਏ ਵੱਧ ਗਿਆ। ਤਾਂ ਅਸਲ ਮੁੱਲ ਦੱਸੋ ਕਿੰਨਾ। ਬਸ ਕੁਛ ਨਹੀਂ ਕਰਨਾ, ਜਮਾ ਸੌਖਾ ਟ੍ਰਿਕ ਲਾਊਂਗਾ। ਜੇ ਤੁਸੀਂ ਦੇਖੋਗੇ ਮੰਗਦਾ ਤੁਹਾਨੂੰ ਐਂ ਸਮਝ ਲਓ ਕਿ ਐਂ ਅੱਧੇ ਪੇਜ 'ਤੇ ਸਵਾਲ ਨਿਕਲੇ ਤੁਹਾਡਾ। ਆਪਾਂ ਜਮਾ ਸੌਖਾ ਸਵਾਲ ਕਰਨਾ। ਕਿਸੇ ਵਸਤੂ ਦਾ ਮੁੱਲ ਪਹਿਲਾਂ ਕਿੰਨਾ ਵਧਾਤਾ 10% ਵਧਾਤਾ, ਅਸਲ 'ਚ ਪਹਿਲਾਂ ਕਿੰਨਾ ਸੀ ਚੀਜ਼ ਦਾ ਮੁੱਲ 100 ਰੁਪਏ, ਕਿੰਨਾ ਵੱਧ ਗਿਆ 10%, ਕਿੰਨਾ ਹੋ ਗਿਆ 110। ਇਸ ਤੋਂ ਬਾਅਦ ਉਸੇ ਚੀਜ਼ ਦਾ ਮੁੱਲ ਕਿੰਨਾ ਵਧਾਤਾ 20%, ਕਿੰਨਾ ਪਹਿਲਾਂ ਕਿੰਨਾ ਸੀ 100, ਬਾਅਦ ਵਿੱਚ ਕਿੰਨਾ ਕਰਤਾ 120। ਆਹ 0 ਨਾਲ ਆਹ 0 ਕੱਟੀ ਗਈ, ਆਹ ਕੱਟੇ ਗਏ ਆਸ ਦੇ ਵਿੱਚ, ਇੱਕ ਪਹਾੜੇ 'ਚ ਆਉਂਦੇ ਆ, ਤਾਂ ਇਹ ਰੇਸ਼ੋ ਬਣ ਗਈ 50। ਇਹਦੀ ਆਸ ਵੀ ਗੁਣਾ ਕਰਨੀ ਹੁੰਦੀ ਹੈ ਬਾਅਦ ਵਿੱਚ, 50/66। ਅਤੇ ਇਹ 50/66 ਆਪਾਂ ਇੱਧਰ ਲਿਖ ਲੈਂਦੇ ਹਾਂ। ਠੀਕ ਹੈ, ਇਹਦਾ ਮਤਲਬ ਕੀ ਸੀ ਕਿ ਪਹਿਲਾਂ ਤਾਂ ਮੁੱਲ ਇੰਨਾ ਸੀ, ਹੁਣ ਮੁੱਲ ਕਿੰਨਾ ਹੋ ਗਿਆ ਇੰਨਾ ਹੋ ਗਿਆ। ਜਿਹੜਾ ਆਹ ਮੁੱਲ ਵਧਿਆ ਹੈਗਾ 50 ਤੋਂ ਵੱਧ ਕੇ ਕਿੰਨਾ ਹੋ ਗਿਆ ਮੁੱਲ 66 ਹੋ ਗਿਆ। ਜਿਹੜਾ ਇਹ ਮੁੱਲ ਵਧਿਆ ਪੁੱਤਰੋ ਇਹ ਕਿੰਨਾ ਵਧਿਆ ਹੈਗਾ 33। ਹੁਣ ਆਪਾਂ 33 ਕਿਵੇਂ ਕਰੀਏ, 33 ਲਿਆਉਣ ਵਾਸਤੇ ਆਪਾਂ ਨੂੰ ਕੀ ਕਰਨਾ ਪਊਗਾ। ਹੁਣ ਆਪਾਂ ਇੱਥੇ ਥੱਲੇ 33 ਲੈ ਕੇ ਆਉਣਾ। 33 ਲਿਆਉਣ ਵਾਸਤੇ ਆਪਾਂ 66 ਨੂੰ ਕਿੰਨੇ ਨਾਲ ਭਾਗ ਕਰਕੇ ਕਿ 33 ਆ ਜਾਣਾ, ਤਾਂ 66 ਨੂੰ ਆਪਾਂ 2 ਨਾਲ ਵੰਡਾਂਗੇ ਤਾਂ 33 ਆ ਜਾਣਗੇ। ਇਸ ਤੋਂ ਬਾਅਦ ਜਿੰਨਾ ਆਪਾਂ ਇੱਧਰ ਵੰਡਾਂਗੇ ਉਨੀ ਇੱਧਰ ਵੰਡਾਂਗੇ, ਤਾਂ 25 ਆਨਸਰ ਆ ਗਿਆ ਭਾਈ ਇਹਦਾ। ਠੀਕ ਹੈ, ਜੇ ਆਪਾਂ ਇੱਧਰ ਗੁਣਾ ਕਰਦੇ ਤਾਂ ਇੱਧਰ ਵੀ ਗੁਣਾ ਕਰਨੀ ਪੈਂਦੀ। ਜਿਹੜੀ ਇੱਕ ਪਾਸੇ ਜਿਹੜੀ ਚੀਜ਼ ਹੋ ਗਈ ਉਹੀ ਦੂਸਰੇ ਪਾਸੇ ਸੇਮ ਟੂ ਸੇਮ ਹੋ ਗਈ। ਆਪਾਂ ਅੱਗੇ ਜਾ ਕੇ ਹੋਰ ਸਵਾਲਾਂ ਦੇ ਵਿੱਚ ਵੀ ਤੁਹਾਨੂੰ ਗੱਲ ਮੈਂ ਜਮ੍ਹਾਂ ਕਲੀਅਰ ਕਰ ਦੂੰਗਾ ਇਹ। ਠੀਕ ਹੈ, ਅਤੇ ਚਲੋ ਅੱਗੇ। ਅਤੇ ਇਹ ਆ ਗਿਆ 25 ਤੋਂ 33। ਕਹਿੰਦਾ ਮਤਲਬ ਕਿ ਜਿਹੜਾ ਅਸਲ ਮੁੱਲ ਸੀ ਉਹ 25 ਸੀ ਅਤੇ 33 ਮੁੱਲ ਉਹਦਾ ਐਂ ਵੱਧ ਗਿਆ। ਠੀਕ ਹੈ, ਬਸ ਆਹ ਰੇਸ਼ੋ ਵਾਲਾ ਕੱਢਣ ਦਾ ਤਰੀਕਾ ਦੇਖ ਲਓ ਇੱਕ ਵਾਰੀ, ਦੁਬਾਰੇ ਫੇਰ ਸਮਝਾ ਦਿੰਦਾ ਇੱਕ ਵਾਰੀ ਤੁਹਾਨੂੰ ਮੈਂ। ਦੇਖੋ ਕਿਸੇ ਵਸਤੂ ਦੇ ਮੁੱਲ ਦੇ ਵਿੱਚ ਪਹਿਲਾਂ 100 ਮੁੱਲ ਸੀ, ਉਹਦੇ 10% ਵ੍ਰਿੱਧੀ ਕਰਤੀ, ਫਿਰ ਉਹਦੇ ਮੁੱਲ 100 ਸੀ, ਫਿਰ 120 ਕਰਤੀ, 50 ਅਤੇ 60 ਆਪਣੇ ਕੋਲ ਰੇਸ਼ੋ ਆ ਗਈਆਂ। ਆਸ ਦੇ ਵਿੱਚ ਕੱਟੇ ਗਏ, ਇਹਨਾਂ ਦੀ ਆਸ ਦੇ ਵਿੱਚ ਗੁਣਾ ਕਰਤੀ ਜਿੰਨੇ ਜਿੰਨੇ ਬਚ ਗਏ। ਇੱਥੋਂ ਇਹ ਚੀਜ਼ ਦਾ ਪਤਾ ਲੱਗ ਗਈ ਵੈਲਿਊ ਕਿੰਨੀ ਵਧੀ ਹੈ, 50 ਤੋਂ 60 ਹੋ ਗਈ ਜਦੋਂ ਰੇਸ਼ੋ, ਤਾਂ ਉਦੋਂ 33 ਰੁਪਏ ਵੱਧ ਗਏ।
ਤਾਂ 33 ਦੀ ਵੀ ਇੱਥੇ ਜਾ ਕੇ ਵਧੇ ਹੈਗੇ, ਤਾਂ 66 ਤੋਂ ਆਪਾਂ 33 ਬਣਾਉਣਾ ਕਿਵੇਂ ਕਰੀਏ, 66 ਨੂੰ ਆਪਾਂ 2 ਦੇ ਬਣਦੇ 33, ਉਹਦਾ 2 ਨੂੰ ਆਪਾਂ ਇੱਧਰ ਵੰਡਤਾ। ਠੀਕ ਹੈ ਨਾ, ਇਹ ਆਪਣਾ ਸਵਾਲ ਕਹਿਮਾ ਸੀ ਜੀ। ਇਹ ਸਵਾਲ ਹੈਗਾ ਸੀ ਆਪਣਾ 59ਵਾਂ। ਇਸ ਤੋਂ ਬਾਅਦ ਬੱਚੇ ਡਿਮਾਂਡ ਆਈ ਹੈਗੀ 61ਵੇਂ ਸਵਾਲ ਦੀ। ਇਸ ਤੋਂ ਬਾਅਦ 61ਵੇਂ ਸਵਾਲ ਦੀ। ਚਲੋ ਜੀ ਅੱਗੇ ਦੇਖੋ ਜੀ, ਆਹ ਮੈਂ ਲਿਖਤਾ ਸਾਰਾ ਸਵਾਲ। ਠੀਕ ਹੈ, ਧਿਆਨ ਨਾਲ ਦੇਖ ਲਿਓ ਹੁਣ ਇਹ ਸਵਾਲ। ਕਿਸੇ ਸੰਖਿਆ ਦੇ ਵਿੱਚ 20% ਵਧਾਇਆ ਜਾਵੇ ਅਤੇ ਬਾਅਦ ਵਿੱਚ ਪਰਿਣਾਮੀ ਸੰਖਿਆ ਦੇ ਵਿੱਚ 20% ਹੋਰ ਵਧਾਇਆ ਜਾਵੇ ਤਾਂ ਕੁੱਲ ਸੰਖਿਆ ਵਿੱਚ ਕਿੰਨਾ ਵਾਧਾ ਹੋਵੇਗਾ। ਦੇਖੋ, ਜਦੋਂ ਆਪਾਂ ਇਹ ਸਵਾਲ ਹੱਲ ਕਰਾਂਗੇ ਤਾਂ ਭਾਈ ਸਭ ਤੋਂ ਪਹਿਲਾਂ ਆਪਾਂ ਕੀ ਹੱਲ ਕਰਨਾਗੇ ਇਸ ਸਵਾਲ ਦੇ ਵਿੱਚ। ਇਹ ਸੰਖਿਆ ਲਿਖਤੀ ਮੈਂ, ਅਤੇ ਇਹਦੇ ਵਿੱਚ ਆਪਾਂ ਦੇਖੋ ਜਿਹਦਾ ਆਪਾਂ ਦੇਖਣਾ ਮਗਰ ਦਾ ਬਹੁਤ ਵੱਡਾ ਸਵਾਲ ਆ, ਆਪਾਂ ਇਹਦੇ ਮੈਥਡ ਨਾਲ ਹੱਲ ਕਰਾਂਗੇ। ਦੇਖੋ 100 ਤੋਂ 200। ਇੱਕ ਵਾਰੀ ਪਹਿਲਾਂ ਮੈਂ ਆਪ ਥੋੜ੍ਹਾ ਜਿਹਾ ਕੱਢ ਕੇ ਦੇਖਦਾ ਹੁੰਦਾ ਕਿ ਕਈ ਵਾਰੀ ਕੋਈ ਮਿਸਟੇਕ ਨਾ ਹੋ ਜੇ ਬਾਅਦ ਵਿੱਚ ਮੈਨੂੰ ਦੁਬਾਰੇ ਫਿਰ ਸਮਝਾਓ, ਕਿਉਂਕਿ ਇੱਕ ਵਾਰੀ ਨਾ ਜਦੋਂ ਆਪਾਂ ਕੋਈ ਗਲਤ ਚੀਜ਼ ਸਮਝਾਉਂਦੇ ਦਿਮਾਗ 'ਚ ਬਹਿ ਜਾਂਦੀ ਹੈ ਫਿਰ, ਤਾਂ ਕਰਕੇ ਮੈਂ ਥੋੜ੍ਹਾ ਜਿਹਾ ਆਪ ਪਹਿਲਾਂ ਦੇਖਦਾ ਹੁੰਦਾ ਹੈਗਾ ਸਵਾਲ। ਦੇਖੋ, ਇੱਕ ਸੰਖਿਆ ਦੇ ਵਿੱਚ 20% ਵਧਾਇਆ ਜਾਵੇ ਤਾਂ ਬਾਅਦ ਵਿੱਚ ਉਸੇ ਪਰਿਣਾਮੀ ਸੰਖਿਆ ਦੇ ਵਿੱਚ 20% ਹੋਰ ਵਧਾਇਆ ਜਾਵੇ। ਦੇਖੋ ਪਹਿਲਾਂ 'ਚ ਕਿੰਨਾ ਵਧਾਤਾ, 100 ਨੂੰ 120 ਵਧਾਤਾ ਇੱਕ ਵਾਰੀ, ਫਿਰ 100 ਦੇ ਵਿੱਚ 120 ਵਧਾਤਾ। ਠੀਕ ਹੈ, ਇਹ ਰੇਸ਼ੋ ਅਸਲ ਵਿੱਚ ਕੱਟੀ ਜਾਊਗੀ। 5 6 5 6 ਕਿੰਨਾ ਹੋ ਗਿਆ, 5 5 25, ਇੱਧਰ ਹੋ ਗਿਆ 36। ਕਿੰਨਾ ਵੱਧ ਗਿਆ ਇਹ ਸਾਰਾ। ਪਹਿਲਾਂ ਅਸਲ ਦੇ ਵਿੱਚ 25 ਸੀ ਸੰਖਿਆ, ਜੋ 2 ਵਾਰੀ 20% ਵਧਾਤਾ ਤਾਂ ਇਹ ਸੰਖਿਆ ਕਿੰਨੀ ਹੋ ਗਈ, 36 ਹੋ ਗਈ। ਕਹਿੰਦੇ ਹੁਣ ਦੱਸਿਓ ਕਿ ਇਹਨਾਂ ਦੇ ਕੋਲ ਕਿੰਨਾ ਵਾਧਾ ਹੋਇਆਗਾ। ਵਾਧਾ ਕੱਢ ਲੈਂਦੇ ਕਿੰਨਾ ਹੋਇਆਗਾ। 25 ਤੋਂ 36 ਵਧਿਆ, ਕਿੰਨੇ ਅੱਖਰ ਹੋ ਗਏ, ਕਿੰਨੀ ਸੰਖਿਆ ਵੱਧ ਗਈ, 25 ਤੋਂ 26 11। ਕਿੰਨੇ ਕੀ ਤੋਂ ਵਧੀ ਹੈ, 25 ਤੋਂ ਵਧੀ ਹੈ, ਗੁਣਾ 100, 25 ਚੌਂਕਾ 100, 44% ਭਾਈ ਇਹਦਾ ਆਨਸਰ ਆ ਗਿਆ। ਠੀਕ ਹੈ, ਥੋੜ੍ਹਾ ਜਿਹਾ ਬੱਚੋ ਆਪ ਵੀ ਤੁਸੀਂ ਮੱਥਾ ਮਾਰਿਆ ਕਰੋ। ਠੀਕ ਹੈ ਨਾ, ਇਹ ਆਪਣਾ ਹੈਗਾ ਸੀ 61ਵਾਂ ਸਵਾਲ। 61ਵੇਂ ਸਵਾਲ ਤੋਂ ਬਾਅਦ ਜਿਹੜੀ ਅਗਲੀ ਰਿਪੋਰਟ ਆਈ ਹੈ ਉਹ ਆਈ ਆਪਣੀ 63ਵੀਂ ਦੀ। ਕਹਿੰਦੇ 63ਵਾਂ ਸਵਾਲ ਕਢਾਓ ਜੀ। ਹੁਣ ਦੇਖੋ ਜੀ 63ਵਾਂ ਸਵਾਲ ਕੱਢਦੇ ਹਾਂ ਆਪਾਂ। ਦੇਖੋ ਜੀ ਸਵਾਲ ਆ ਗਿਆ ਆਪਣੇ ਕੋਲ ਅਗਲਾ। ਕਹਿੰਦੇ ਇੱਕ ਸੰਖਿਆ ਦੇ ਵਿੱਚ 600, ਕੋਈ ਸੰਖਿਆ ਇੱਕ, ਉਹਦੇ ਵਿੱਚ 600 ਦੇ 75% ਦਾ 2/3 ਘਟਾਉਣ ਨਾਲ ਪ੍ਰਾਪਤ ਸੰਖਿਆ 320 ਹੁੰਦੀ ਹੈ। ਅਸਲ ਵਿੱਚ ਸੰਖਿਆ ਕਿੰਨੀ ਹੈ। ਕੁਛ ਨਹੀਂ ਕਰਨਾ, ਜੇ ਤਾਂ ਮਗਰ ਦੇਖਣਾ ਤਾਂ ਦੇਖ ਲਓ, ਬਹੁਤ ਵੱਡਾ ਸਵਾਲ। ਆਪਾਂ ਸਿਰਫ ਵਾਲੇ ਤਰੀਕੇ ਨਾਲ ਕਰਾਂਗੇ। ਜਿਹੜੀ ਕੋਈ ਸੰਖਿਆ ਕਿਹੜੀ ਹੈ, ਕਿਸੇ ਇੱਕ ਸੰਖਿਆ ਵਿੱਚ, ਇੱਕ ਸੰਖਿਆ x ਮੰਨ ਲਓ, ਉਹਦਾ 600 ਕਿੰਨਾ, ਉਹਦੇ 600 ਦੇ ਵਿੱਚ 75/100 ਦਾ 2/3, 2/3 ਦਾ ਮਤਲਬ 2/3 ਘਟਾਉਣ ਨਾਲ ਪ੍ਰਾਪਤ ਸੰਖਿਆ ਕਿੰਨੀ ਹੁੰਦੀ ਹੈ, 320 ਹੁੰਦੀ ਹੈ। ਬਸ ਆਹ ਚੀਜ਼ ਕਰ ਦਿਓ ਹੱਲ। 6 'ਤੇ ਕੱਟੇ ਗਏ, 2 'ਤੇ ਕੱਟੇ ਗਏ। ਠੀਕ ਹੈ, ਦੇਖੋ ਤੁਸੀਂ ਆਹ ਕੱਟੇ ਜਾਂਦੇ ਅਸਲ ਦੇ ਵਿੱਚ, ਆਹ ਵੀ ਕੱਟੇ ਜਾਣਗੇ 160, ਆਹ ਕੱਟੇ ਗਏ 80। ਠੀਕ ਹੈ, ਇਹ ਕੱਟੇ ਗਏ 80 'ਤੇ। ਹੁਣ ਆਪਣੇ ਕੋਲ ਸੰਖਿਆ ਕਿੰਨੀ ਬਚ ਗਈ ਮਗਰ। ਇਹ ਸਵਾਲ ਦੇ ਵਿੱਚ ਥੋੜ੍ਹੀ ਮਿਸਟੇਕ ਹੋਈ ਹੈ। ਮਿਸਟੇਕ ਕਿੱਥੇ ਹੋਈ ਹੈ, ਇੱਕ ਮਿੰਟ ਦੇਖਦੇ ਪੁੱਤਰੋ, ਪਹਿਲੇ ਦੀ ਮਿਸਟੇਕ ਦੇਖਦੇ ਕਿੱਥੇ ਹੋਈ ਹੈ। ਸਵਾਲ ਵੈਸੇ ਸਾਰਾ ਸਹੀ ਹੈ ਆਪਣਾ, ਚਲੋ ਕੋਈ ਫੇਰ ਕਰ ਲੈਂਦੇ ਆਪਾਂ। ਤੱਕ ਮੁਝੇ ਤਾਂ ਮਿਸਟੇਕ ਹੈਗੀ। ਦੇਖੋ ਆਪਾਂ ਹੁਣ ਐਵੇਂ ਕੱਢ ਕੇ ਦੇਖਦੇ, ਇੱਕ ਮਿੰਟ ਖੜਿਓ। 600 ਜਿਵੇਂ ਪਹਿਲਾਂ ਲਾਇਆ ਸੀ ਉਵੇਂ ਜਿਵੇਂ ਲਾਵਾਂਗੇ ਆਪਾਂ ਸਾਰਾ ਕੁਛ। x ਗੁਣਾ 600 ਗੁਣਾ 75/100 ਬਣ ਜੂਗਾ। ਇਹਨੂੰ ਆਪਾਂ 3/4 ਵੀ ਲਿਖ ਸਕਦੇ ਹਾਂ। 3/4 ਗੁਣਾ 2/3 ਬਰਾਬਰ ਹੈਗਾ 320। ਕੱਟੇ ਗਏ ਜਦੋਂ ਆਪਾਂ 150 'ਤੇ ਕੱਟਿਆ ਗਿਆ। ਆਹ ਕਿੰਨੇ ਕੱਟਿਆ ਜਾਊਗਾ, ਇਹ ਕੱਟਿਆ ਜਾਊਗਾ 75 'ਤੇ। ਠੀਕ ਹੈ, 75 ਦੂਣਾ 140, 140 ਤੀਆ 420, ਤਾਂ x ਗੁਣਾ 420 ਪਲੱਸ 320। ਇੱਕ ਸੰਖਿਆ ਦੇ ਵਿੱਚ 620 ਤੱਕ 2 ਘਟਾਉਣ ਨਾਲ। ਠੀਕ ਹੈ, 2/3 ਘਟਾਉਣ ਨਾਲ, ਤਾਂ ਇੱਥੇ ਗੁਣਾ ਨਹੀਂ ਆਊਗੀ, ਇੱਥੇ ਆਊਗੀ ਆਪਣੀ ਮਾਈਨਸ। ਠੀਕ ਹੈ, ਤਾਂ ਇੱਥੇ ਵੀ ਆ ਜਾਊਗੀ ਮਾਈਨਸ। ਅਤੇ ਜਦੋਂ ਆਪਾਂ ਇੱਧਰ ਐਕਸ ਰਹਿ ਜੂਗੀ 320 ਇੱਧਰ ਆ, ਜਦੋਂ ਪਲੱਸ ਨੂੰ 420 ਉੱਧਰ ਲੈ ਜਾਵਾਂਗੇ ਪਲੱਸ ਦੇ ਬਣ ਜਾਣਗੇ, ਤਾਂ ਆਪਣਾ ਆਨਸਰ ਕਿੰਨਾ ਆਊਗਾ 420 500 720 ਆਪਣਾ ਆਨਸਰ ਆਉਣਾ ਚਾਹੀਦਾ। ਠੀਕ ਹੈ, 720 ਆਪਸ਼ਨ 'ਚ ਪਿਆ ਕਿ, ਅਤੇ ਹਾਂ 720 ਆਪਣਾ ਭਾਈ ਆਨਸਰ ਆ ਜਾਊਗਾ। ਓਕੇ, ਅਤੇ ਇਹਦਾ ਆਨਸਰ ਨੰਬਰ ਹੈਗਾ ਇਹ। ਦੇਖੋ ਜੀ ਅਗਲਾ ਸਵਾਲ ਆਪਣੇ ਕੋਲ ਆ ਗਿਆ ਪੁੱਤਰੋ। ਆਹ ਇਹਦੇ ਵਿੱਚ ਕੀ ਕਹਿੰਦੇ ਕਿ ਚੀਨੀ ਦੇ ਮੁੱਲ ਦੇ ਵਿੱਚ 40% ਵਾਧਾ ਹੋ ਗਿਆ। ਠੀਕ ਹੈ,
ਕਹਿੰਦੇ 40% ਵਾਧਾ ਕਰਨ ਦੇ ਨਾਲ ਕਿਸੇ ਪਰਿਵਾਰ ਨੂੰ ਚੀਨੀ ਦੀ ਖਪਤ ਦੇ ਵਿੱਚ ਕਿੰਨੀ ਕਮੀ ਕਰਨੀ ਚਾਹੀਦੀ ਹੈ ਕਿ ਤਾਂ ਜੋ ਕੋਈ ਫਰਕ ਨਾ ਪਵੇ। ਦੇਖੋ ਜਿਵੇਂ ਹੁਣ ਪੈਟਰੋਲ ਦੇ ਵਿੱਚ ਵਾਧਾ ਹੋ ਗਿਆ, ਪੈਟਰੋਲ ਦੇ ਵਿੱਚ ਵਾਧਾ ਹੋ ਗਿਆ, ਹੁਣ ਜਿੰਨਾ ਜਿੰਨਾ ਪੈਟਰੋਲ ਦੇ ਵਿੱਚ ਵਾਧਾ ਹੋਈ ਜਾਂਦਾ ਕਿ ਆਪਾਂ ਕਿੰਨੀ ਕਮੀ ਕਰ ਦਈਏ ਪੈਟਰੋਲ ਦੀ ਹੋਰ ਕਿ ਆਪਾਂ ਨੂੰ ਕੋਈ ਬੜਾ ਫਰਕ ਨਾ ਪਵੇ ਉਹ ਚੀਜ਼ ਨਾਲ। ਦੇਖੋ ਪਹਿਲਾਂ ਚੀਨੀ ਦਾ ਮੁੱਲ ਕਿੰਨਾ ਸੀ 100, ਹੁਣ ਵੱਧ ਕੇ ਕਿੰਨਾ ਹੋ ਗਿਆ ਨਾ ਮੁੱਲ 140, ਠੀਕ ਹੈ। ਅਤੇ ਇਹ ਕਿੰਨਾ ਮੁੱਲ ਹੋ ਜਾਊਗਾ 140 ਹੋ ਗਿਆ, ਕਿੰਨਾ ਫਰਕ ਪੈ ਗਿਆ 0 ਕੱਟੇ ਗਏ 5 ਤੇ 7, ਇਹ ਰੇਸ਼ੋ ਹੋ ਗਈ 5 ਤੋਂ 7, ਠੀਕ ਹੈ। ਇੰਨਾ ਫਰਕ ਪੈ ਗਿਆ ਕਹਿੰਦੇ ਜੇ 5 ਤੋਂ 2 ਵੱਧ ਗਈ ਰੇਸ਼ੋ, ਪਹਿਲਾਂ 5 ਹੁੰਦਾ ਸੀ ਪੈਟਰੋਲ ਚੀਨੀ ਦਾ ਮੁੱਲ, ਹੁਣ ਚੀਨੀ ਦਾ ਮੁੱਲ ਕਿੰਨਾ ਹੋ ਗਿਆ 7 ਹੋ ਗਿਆ। ਕਹਿੰਦੇ ਜੇ ਆਪਾਂ ਇਹਨਾਂ ਨੂੰ ਬੈਲੈਂਸ ਕਰਨਾ ਹੋਵੇ ਕਿ ਆਪਾਂ ਨੂੰ ਕੋਈ ਫਰਕ ਨਾ ਪਵੇ ਤਾਂ ਜਦੋਂ ਆਪਾਂ 7/5 ਕਰ ਦਿਓ, ਉਹਦੇ 'ਚ ਉਲਟ ਕਰ ਦਿਓ, ਪਹਿਲਾਂ 5/7 ਹੋ ਗਈ 7/5, ਹੁਣ ਦੇਖੋ ਥੱਲੇ ਜਿਹੜੀ ਰੇਸ਼ੋ ਬਰਾਬਰ ਹੋ ਗਈ ਨਾ। ਹੁਣ ਧਿਆਨ ਨਾਲ ਸਮਝੋ, ਇੱਕ ਚੀਨੀ ਦੇ ਮੁੱਲ ਵਿੱਚ 40% ਵਾਧਾ ਕਰਨ ਦੇ ਨਾਲ 100 ਤੋਂ 140% ਵਾਧਾ ਹੋ ਗਿਆ। ਕਹਿੰਦੇ ਪਰਿਵਾਰ ਨੂੰ ਚੀਨੀ ਦੇ ਵਿੱਚ ਕਿੰਨੀ ਖਪਤ ਘਟਾਉਣੀ ਚਾਹੀਦੀ ਹੈ, 5 ਤੋਂ 7 ਦਾ ਵਾਧਾ ਹੋ ਗਿਆ ਅਤੇ ਤਾਂ ਕਰਕੇ 7 ਤੋਂ 5 ਘਟਾਉਣੀ ਚਾਹੀਦੀ ਹੈ, ਥੱਲੇ ਰੇਸ਼ੋ ਬਰਾਬਰ ਹੋ ਗਈ, ਠੀਕ ਹੈ। 35-35 ਹੋ ਗਈ ਨਾ, ਮਤਲਬ ਕੋਈ ਫਰਕ ਨਹੀਂ ਪੈ ਰਿਹਾ। ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਇਹਨਾਂ ਦੇ ਵਿੱਚ ਡਿਫਰੈਂਸ ਕੱਢਣਾ। ਡਿਫਰੈਂਸ ਕਿੰਨਾ ਹੋ ਜਾਊਗਾ 2, ਕਿੰਨੀ ਵਧੀ ਸੀ 7 ਗੁਣਾ 100, 200/7, 200 ਨੂੰ 7 ਦੇ ਵੰਡਿਆ, ਇੱਧਰ ਵੰਡ ਦਿੰਦਾ 200 ਨੂੰ 7 ਦੇ ਵੰਡਿਆ, 7 ਦੂਣੀ 14, 9 7 9 7 ਦਾ ਰੇਟ ਹੁੰਦੇ ਆ, ਠੀਕ ਹੈ। ਇੱਥੇ ਆਪਾਂ ਪੈਕ ਕਰ ਦਿੰਦੇ ਹਾਂ, ਮਿਟਾ ਦਿੰਦੇ ਇੱਕ ਮਿੰਟ, 8 7 56, 4 ਬਾਕੀ ਬਚ ਗਏ, 4 ਉੱਪਰ ਲਾ ਦਾਂਗੇ, 28 ਇੱਧਰ ਆ ਜਾਊਗਾ 7, 28 ਸਹੀ 4/7 ਭਾਈ ਇਹਦਾ ਆਨਸਰ ਆ ਜਾਊਗਾ। ਇਹ ਸਵਾਲ ਦੁਬਾਰਾ ਇੱਕ ਵਾਰੀ ਤੁਹਾਨੂੰ ਫੇਸ ਕਢਾ ਦੇਣਾ। ਸਵਾਲ ਤੁਸੀਂ ਕਰਨਾ ਕਿਵੇਂ ਹੈ, ਇਹ ਸਵਾਲ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਇਹ ਨਾ ਬਾਹਲੇ ਸਵਾਲ ਆਉਣਗੇ ਪੇਪਰ ਦੇ ਵਿੱਚ ਅਤੇ ਤਰੀਕਾ ਸਾਰਿਆਂ ਦਾ ਇੱਕੋ ਹੀ ਹੋਊਗਾ। ਧਿਆਨ ਨਾਲ ਦੇਖੋ, ਜੇ ਕਿਸੇ ਨੂੰ ਤੁਹਾਨੂੰ ਪੁੱਛ ਲਿਆ ਕਹਿੰਦਾ ਚੀਨੀ ਦੇ ਵਿੱਚ ਬਈ 100 ਤੋਂ 140 ਵ੍ਰਿੱਧੀ ਹੋਈ ਹੈ, ਕਿੰਨੀ ਰੇਸ਼ੋ ਹੋ ਗਈ 5 ਤੇ 7, ਕਹਿੰਦੇ ਉਹਦੇ ਵਿੱਚ ਕਿੰਨੀ ਖਪਤ ਹੋਰ ਘਟਾਈ ਜਾਵੇ ਕਿ ਸਾਨੂੰ ਕੋਈ ਫਰਕ ਨਾ ਪਵੇ। ਕਹਿੰਦਾ ਮੈਂ 7 ਤੋਂ 5 ਕਰ ਦਿਓ, ਜਿੰਨੀ ਵਧੀਆ ਉਨੀ ਘਟਾ ਦਿਓ, 35-35 ਬੈਲੈਂਸ ਹੋ ਗਿਆ ਥੱਲੇ। ਬਾਅਦ ਵਿੱਚ ਵੀ ਕੀ ਕਰੋ, ਇਹਨਾਂ ਦੋਨਾਂ ਦਾ ਡਿਫਰੈਂਸ ਕੱਢ ਲਓ, ਕਿੰਨਾ ਆ ਗਿਆ 2, ਜਿਹੜਾ ਮੁੱਲ ਵਧਿਆ ਉਹ 7 ਲਿਖ ਲਓ, ਬਸ ਗੁਣਾ 100, ਆਪਣਾ ਆਨਸਰ ਆ ਜਾਇਆ ਕਰੂਗਾ ਸਵਾਲ ਦਾ। ਬਸ ਆਹ ਫੰਡਾ ਸਾਰਾ ਇਸ ਸਵਾਲ ਦਾ। ਇਹ ਨਾਲ ਦੇ ਸਾਰੇ ਸਵਾਲ ਭਾਈ ਆਈ ਨਿਕਲਣਗੇ, ਠੀਕ ਹੈ। 65ਵੇਂ ਸਵਾਲ ਦੀ ਡਿਮਾਂਡ ਆਈ ਸੀ ਇੱਕ, 66ਵਾਂ ਸਵਾਲ ਵੀ ਜਮਾਂ ਸੇਮ ਟੂ ਸੇਮ ਹੈ, ਤੁਸੀਂ ਆਪ ਕੱਢਣਾ ਗਾ, ਠੀਕ ਹੈ। ਅਤੇ 68ਵਾਂ ਸਵਾਲ ਵੀ ਜਮਾਂ ਸੇਮ ਟੂ ਸੇਮ ਆ, ਉਹ ਵੀ ਤੁਸੀਂ ਆਪ ਕੱਢਣਾ ਗਾ। ਜਿਹੜਾ 67ਵਾਂ ਸਵਾਲ ਹੈ ਉਹ ਜਿਹੜਾ 69ਵਾਂ ਸਵਾਲ ਹੈ ਉਹ ਕੱਢ ਦਿੰਦਾ ਮੈਂ। ਇੱਕ ਮਿੰਟ, ਸਵਾਲ ਠੀਕ ਹੈ ਪੁੱਤਰੋ ਸਾਰੇ, ਕੋਈ ਐਡਾ ਕੋਈ ਟਫ ਕੰਮ ਨਹੀਂ ਹੈਗਾ, ਸਵਾਲ ਸਾਰੇ ਲੋ ਲੈਵਲ ਦੀ ਹੈਗੇ। ਹੁਣ ਅਗਲਾ ਪ੍ਰਸ਼ਨ ਆ ਗਿਆ ਜੀ ਆਪਣੇ ਕੋਲ, ਆ ਗਿਆ ਜੇਕਰ ਜਲ ਦੇ ਵਿੱਚ 20% ਵਾਧਾ ਹੁੰਦਾ ਹੈ ਉਹਦੀ ਖਪਤ ਦੇ ਵਿੱਚ 20% ਕਮੀ ਹੁੰਦੀ ਹੈ ਤਾਂ ਕਿੰਨੇ % ਵਾਧਾ ਜਾਂ ਕਮੀ ਹੋਵੇਗੀ। ਦੇਖੋ ਜਿਹੜੇ ਮੈਥ ਨੂੰ ਤਰੀਕੇ ਲਵਾਉਣਾ ਨਾ, ਇਹ ਤਰੀਕੇ ਤੁਹਾਨੂੰ ਕੋਈ ਨਹੀਂ ਲਵਾਉਂਦਾ, ਸਾਰੇ ਤੁਹਾਨੂੰ ਮੈਥ ਜੈਨੂਅਨ ਮੈਥ ਨਾਲ ਹੀ ਕਰਾਉਣਗੇ। ਪਰ ਜਿਹੜਾ ਤਰੀਕਾ ਆਪਣੇ ਵਾਲਾ ਜਿਹੜੇ ਬੰਦੇ ਦੇ ਦਿਮਾਗ 'ਚ ਪੈ ਗਿਆ ਨਾ, ਬਸ ਉਹਦਾ ਸਾਰਾ ਮੈਥ ਹੀ ਕਲੀਅਰ ਹੈ। ਬਸ ਇਹ ਸਮਝ ਲਓ ਕੀ ਕਹਿੰਦਾ, ਜੇਕਰ ਕਿਸੇ ਜਲ ਦੇ ਵਿੱਚ 20% ਵਾਧਾ ਹੋ ਗਿਆ, ਪਹਿਲਾਂ ਜਲ ਕਿੰਨਾ ਸੀ 100, ਵਾਧਾ ਹੋ ਗਿਆ ਕਿੰਨਾ ਹੋ ਗਿਆ 120, ਅਤੇ ਜਿਹੜੀ ਉਹਦੀ ਖਪਤ ਸੀ ਕਹਿੰਦਾ, ਇੱਕ ਮਿੰਟ, ਅਤੇ ਜਿਹੜੀ ਉਹਦੀ ਖਪਤ ਸੀ ਉਹਦੇ ਵਿੱਚ ਕਿੰਨੀ ਕਮੀ ਹੋ ਗਈ 20 ਤੋਂ 80, ਠੀਕ ਹੈ। ਵਾਧਾ ਇੰਨਾ ਹੋ ਗਿਆ, ਕਮੀ ਇੰਨੀ ਹੋ ਗਈ, ਕੱਟ ਕਿੰਨਾ ਹੋ ਗਿਆ 5 ਤੋਂ 6 ਅਤੇ 5 ਤੋਂ 4, 5 5 25, 6 ਚੌਂਕਾ 24, ਕੀ ਹੋਈ ਹੈ ਕਮੀ ਹੋਈ ਹੈ, ਉਹਦੇ 'ਚ ਕਿੰਨੀ ਹੋ ਗਈ ਕਮੀ ਹੋ ਗਈ। ਬਸ ਇਹੀ ਇਹਦਾ ਆਨਸਰ ਹੈਗਾ। ਕਮੀ ਵਾਲਾ ਆਨਸਰ ਚੁੱਪ ਕਰਕੇ ਚੱਕ ਕੇ ਲਾ ਦਿਓ। ਹੁਣ ਤੁਸੀਂ ਕਮੀ ਵਾਲਾ ਆਨਸਰ ਕਿੱਥੋਂ ਲਾਓਗੇ, ਦੇਖੋ 20% ਜਦੋਂ ਵਰੁੱਧੀ ਹੋ ਗਈ ਸੀ ਤਾਂ ਕਿੰਨਾ ਹੋ ਗਿਆ 5 ਤੋਂ 6 ਹੋ ਗਿਆ, ਜਦੋਂ 20% ਕਮੀ ਹੋ ਗਈ ਉਦੋਂ ਕਿੰਨਾ ਹੋ ਗਿਆ 100 ਤੋਂ 80 ਹੋ ਗਿਆ, 5 5 25, 25 ਤੋਂ 24 ਦਾ ਫਰਕ ਪੈ ਗਿਆ ਉਹਦਾ ਮਤਲਬ, ਠੀਕ ਹੈ। 25 ਤੋਂ ਕਿੰਨੇ ਦਾ ਫਰਕ ਪੈ ਗਿਆ 24 ਦਾ ਫਰਕ ਪੈ ਗਿਆ। ਹੁਣ ਆਪਾਂ ਕੀ ਕਰਾਂਗੇ, ਕਿੰਨੀ ਕਮੀ ਹੋਈ ਹੈ, 1 ਦੀ ਕਮੀ ਹੋ ਗਈ ਇੱਧਰਲੇ ਪਾਸੇ ਜੇ ਆਪਾਂ ਦੇਖੀਏ ਤਾਂ 1/25 ਗੁਣਾ 100, 4% ਇਹਦਾ ਆਨਸਰ ਆਊਗਾ ਕਿ ਭਾਈ 4% ਕੀ ਹੋ ਗਈ ਕਮੀ ਹੋ ਗਈ। ਓਕੇ ਜੀ, ਬਸ ਇਹ ਆਨਸਰ ਹੈ ਇਹਦਾ, ਹੋਰ ਕੁਛ ਨਹੀਂ ਇਹਦੇ ਵਿੱਚ ਐਡਾ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਇਸ ਤੋਂ ਬਾਅਦ ਆਪਣਾ ਲਾਸਟ ਸਵਾਲ ਆ ਉਹ ਹੈਗਾ 67ਵਾਂ, ਉਹ ਮੈਂ ਤਾਂ ਕਰਕੇ ਅੰਡਰ ਕਰਾਇਆ ਕਿ ਇਹਦੇ ਵਿੱਚੋਂ ਸਮਝ ਨਹੀਂ ਆਉਣੀ, ਠੀਕ ਹੈ। ਦੇਖੋ ਤਾਂ ਕਰਦੇ ਆਪਾਂ ਜਿਹੜਾ ਦੂਸਰਾ ਸਵਾਲ 69ਵਾਂ ਉਹ ਆਪਾਂ ਕੱਲ੍ਹ ਨੂੰ ਕਰਦੇ ਹਾਂ, ਕਿਉਂਕਿ ਸਵਾਲ ਬਹੁਤ ਹੋ ਗਏ, ਠੀਕ ਹੈ। ਅਤੇ ਉਹ ਸਵਾਲ ਮੈਂ ਤੁਹਾਨੂੰ ਕੱਲ੍ਹ ਨੂੰ ਕਰਵਾਉਣਾ, ਕਿਉਂਕਿ ਸਵਾਲ ਉਹ ਥੋੜ੍ਹੇ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਕਰਵਾਊਂਗਾ।
ਤੇ ਅੱਜ ਮੈਂ ਤੁਹਾਨੂੰ ਅੱਗੇ ਸਵਾਲ ਭੇਜੂੰਗਾ 100 ਤੱਕ, ਠੀਕ ਹੈ। ਅੱਗੇ ਮੈਂ ਤੁਹਾਨੂੰ ਅੱਜ 100 ਤੱਕ ਸਵਾਲ ਸੈਂਡ ਕਰੂੰਗਾ, ਤੇ ਬਈ ਉਹ 100 ਦੇ 100 ਸਵਾਲ ਤੁਸੀਂ ਕਰਨੇ ਆ। ਜੇ ਤੁਹਾਨੂੰ ਨਹੀਂ ਆਉਂਦੇ ਤਾਂ ਜਿਵੇਂ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਨਾ ਟੈਲੀਗ੍ਰਾਮ 'ਤੇ ਨਾ ਲਿਖ ਕੇ ਭੇਜਿਆ ਕਰੋ ਦੋਸਤੋ, ਕਿ ਆ ਨਹੀਂ ਇਹਨੂੰ, ਮੈਨੂੰ ਇਹਦੇ ਥੱਲੇ ਭੇਜ ਦਿਆ ਕਰੋ, ਠੀਕ ਹੈ। ਤੇ ਇਹਦੇ ਥੱਲੇ ਅੱਜ ਮੈਂ ਤੁਹਾਨੂੰ ਦੱਸਦਾ ਕਿਹੜੇ ਕਿਹੜੇ ਬੱਚਿਆਂ ਨੇ ਮੈਨੂੰ ਭੇਜਿਆ ਸੀ ਇਹਦੇ ਬਾਰੇ, ਉਹਨੇ ਨਾਂ ਦੱਸ ਦਾਂਗਾ। ਇੱਕ ਨੇ ਭੇਜਿਆ ਸੀ ਬਈ ਲਵਪ੍ਰੀਤ ਨੇ, ਠੀਕ ਹੈ। ਜਿਹੜਾ ਲਵਪ੍ਰੀਤ ਦੀ ਡਿਮਾਂਡ ਆਈ ਸੀ ਪ੍ਰਸ਼ਨਾਂ ਦੀ। ਇੱਕ ਡਿਮਾਂਡ ਆਈ ਸੀ ਆਪਣੇ ਸੁਖਵਿੰਦਰ ਸਿੰਘ ਦੀ। ਇੱਕ ਸੁਖਵਿੰਦਰ ਸਿੰਘ ਨੇ ਕਿਹਾ ਸੀ ਭਾਈ ਸਵਾਲ ਕੱਢਣ ਵਾਸਤੇ। ਅਤੇ ਇੱਕ ਕਿਹਾ ਸੀ ਮਨਦੀਪ ਕੌਰ ਨੇ, ਇੱਕ ਕਿਹਾ ਸੀ ਮਨਦੀਪ ਕੌਰ ਨੇ, ਇੱਕ ਕਿਹਾ ਸੀ ਜਸਵਿੰਦਰ ਕੌਰ ਨੇ, ਠੀਕ ਹੈ। ਇੱਕ ਜਸਵਿੰਦਰ ਕੌਰ ਨੇ ਕਿਹਾ ਸੀ, ਇੱਕ ਕਿਹਾ ਸੀ ਸੁਖਦੀਪ ਸਿੰਘ ਨੇ, ਅਤੇ ਇੱਕ ਕਿਹਾ ਸੀ ਮਨਦੀਪ ਕੌਰ, ਠੀਕ ਹੈ। ਅਤੇ ਜਸਵਿੰਦਰ ਕੌਰ ਇਹ ਹੋ ਗਏ। ਇੱਕ ਕਿਹਾ ਸੀ ਭਾਈ ਪ੍ਰਦੀਪ ਸਿੰਘ ਨੇ, ਅਤੇ ਇੱਕ ਕਿਹਾ ਸੀ ਖੁਸ਼ਪ੍ਰੀਤ ਛੱਤਰ ਨੇ, ਠੀਕ ਹੈ। ਖੁਸ਼ਪ੍ਰੀਤ ਛੱਤਰ ਨੇ ਕਿਹਾ ਸੀ ਇੱਕ, ਠੀਕ ਹੈ। ਅਤੇ ਇਹਨਾਂ ਬੱਚੇ ਦੀ ਡਿਮਾਂਡ ਆਈ ਸੀ ਅੱਜ। ਅਤੇ ਬਾਕੀ ਭਾਈ ਸਵਾਲ ਕੱਢ ਲਿਓ ਸਾਰੇ, ਜਿਹੜਾ ਨਹੀਂ ਆਇਆ ਤਾਂ ਦੁਬਾਰੇ ਪੁੱਛ ਸਕਦੇ ਹੋ, ਠੀਕ ਹੈ। ਰੇਸ਼ੋ ਵਾਲਾ ਮੈਥਡ ਹੀ ਵਰਤਣਾ, ਆਪਾਂ ਰੇਸ਼ੋ ਵਾਲਾ ਮੈਥਡ ਜਿਹਾ ਮੈਂ ਤੁਹਾਨੂੰ ਦੱਸਿਆ ਹੈਗਾ, ਠੀਕ ਹੈ। ਅਤੇ ਬਾਕੀ ਸਵਾਲ ਆਪਾਂ ਕੱਲ੍ਹ ਤੋਂ ਕਰਾਂਗੇ, ਤਾਂ ਤੋਂ ਅੱਗੇ ਜਾ ਕੇ 100 ਤੱਕ ਆਪਾਂ ਸਵਾਲ ਕੱਲ੍ਹ ਨੂੰ ਕਰਾਂਗੇ, ਠੀਕ ਹੈ। ਅੱਜ ਸਵਾਲ ਬਹੁਤ ਜ਼ਿਆਦਾ ਹੋ ਗਏ ਨੇ, ਵੀਡੀਓ ਲੰਬੀ ਵਗ ਜੂਗੀ ਫਿਰ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ। ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਠੀਕ ਹੈ। ਲਾਈਕ ਆਪਦੇ ਆਪ ਹੀ ਕਰ ਦਿਆ ਕਰੋ, ਮੈਨੂੰ ਕਹਿਣ ਦੀ ਲੋੜ ਨਾ ਪਿਆ ਕਰੇ।